ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਸਟੈਟਿਕ ਜੀਕੇ ਦੀ ਕਲਾਸ ਨੰਬਰ 2 ਲੈ ਕੇ ਆਏ ਆ। ਇਸ ਤੋਂ ਪਹਿਲਾਂ ਆਪਾਂ ਪਹਿਲੀ ਕਲਾਸ ਆਲਰੇਡੀ ਕਰ ਚੁੱਕੀ ਆ, ਜਿਹਦੇ ਵਿੱਚ ਕਿ ਆਪਾਂ ਫਸਟ ਮੇਲ ਇਨ ਇੰਡੀਆ ਕੀਤਾ ਹੋਇਆ। ਠੀਕ ਆ, ਸੋ ਇਹਨਾਂ ਦੋਨਾਂ ਹੀ ਕਲਾਸਾਂ ਦੀ PDF ਮੈਂ ਤੁਹਾਨੂੰ ਇਹਦਾ ਇੱਕ ਵਾਰ ਤੁਸੀਂ ਇਹਦੀ ਕਲਾਸ ਦੇਖੋ ਤੇ ਇਹਦਾ ਆਪਾਂ ਅੱਜ ਜਾਂ ਕੱਲ ਨੂੰ ਆਪਾਂ ਇੱਕ ਟੈਸਟ ਲਵਾਂਗੇ, MCQ ਟੈਸਟ ਕੁਇਜ਼ ਕਰਾਂਗੇ ਆਪਾਂ ਟੈਲੀਗ੍ਰਾਮ ਚੈਨਲ ਤੇ। ਜਿਵੇਂ ਆਪਾਂ ਇਸ ਤੋਂ ਪਹਿਲਾਂ ਪੰਜਾਬ ਜੀਕੇ ਦੀ ਕਲਾਸ ਨੰਬਰ 13 ਦਾ ਕੀਤਾ ਸੀ ਨਾ, 10-15 ਕੁਐਸਚਨ, ਉਸੇ ਤਰ੍ਹਾਂ ਇਹਨਾਂ ਦੋਨਾਂ ਦੇ ਵਿੱਚੋਂ ਵੀ ਮੈਂ ਤੁਹਾਨੂੰ 15 ਕੁਐਸਚਨ ਪਾਊਂਗਾ ਤੇ ਤੁਸੀਂ ਉਹਦੇ ਸਹੀ ਆਨਸਰ ਲਾਉਣੇ ਆ ਜਿਹੜੇ ਪੇਪਰਾਂ ਦੇ ਵਿੱਚ ਰਿਪੀਟ ਹੋਏ ਨੇ ਜਾਂ ਰਿਪੀਟ ਹੋਣ ਦੀ ਸੰਭਾਵਨਾ ਵਾ। ਕਿਉਂਕਿ ਜਿਹੜੇ ਪੰਜਾਬ ਜੀਕੇ ਦੇ ਵੀ ਮੈਂ 15 ਕੁਐਸਚਨ MCQ ਕੁਇਜ਼ ਪਾਏ ਸੀਗੇ, ਉਹਦੇ ਵਿੱਚ ਅਗਰ ਦੇਖੀਏ ਤਾਂ ਉਹਦੇ ਵਿੱਚੋਂ 15 ਦੇ ਵਿੱਚੋਂ 11-12 ਕੁਐਸਚਨ ਰਿਪੀਟਡ ਸੀਗੇ, ਸਿਰਫ 2021 ਦੇ ਵਿੱਚ ਹੀ ਉਹ ਟੌਪਿਕ ਦੇ ਵਿੱਚੋਂ ਆਏ ਹੋਏ ਸੀ। ਸੋ ਕਾਫੀ ਸਾਰੇ ਬੱਚੇ ਉਹਦੇ ਵਿੱਚ ਵੀ ਗਲਤ ਕਰ ਰਹੇ ਸੀ। ਸੋ ਤੁਸੀਂ ਨਾ ਇੱਕ ਵਾਰ, ਮੈਂ ਤੁਹਾਨੂੰ ਇਸੇ ਲਈ ਕਹਿਣਾ ਕਿ ਇੱਕ ਵਾਰੀ ਤੁਸੀਂ ਆਪਣੀ ਵੀਡੀਓ ਜ਼ਰੂਰ ਦੇਖਿਆ ਕਰੋ। ਇੱਕ ਵਾਰ ਤੁਹਾਨੂੰ ਵੀਡੀਓ ਨਾਲ ਪਤਾ ਲੱਗ ਜੂਗਾ ਕਿਹੜਾ, ਮਤਲਬ ਕਿ ਹੁਣ ਇਹਦੇ ਵਿੱਚ ਤਾਂ ਹੁਣ ਜਿੱਦਾਂ 40-45 ਨਾਮ ਹੋਣਗੇ, ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਸੋ ਇੰਪੋਰਟੈਂਟ ਹੋਣ ਦੇ ਨਾਲ ਆਪਾਂ ਉਹਨੂੰ ਨਾਲ ਥੋੜਾ ਐਕਸਪਲੇਨ ਵੀ ਕਰਾਂਗੇ, ਕਿਉਂਕਿ ਜ਼ਰੂਰੀ ਤਾਂ ਨਹੀਂ ਵੀ ਉਹ ਸਿਰਫ ਉਹੀ ਕੁਐਸਚਨ ਪੁੱਛਣਗੇ, ਉਹਦੇ ਰਿਗਾਰਡਿੰਗ ਕੁਝ ਹੋਰ ਵੀ ਪੁੱਛ ਸਕਦੇ ਆ। ਜ਼ਰੂਰੀ ਨਹੀਂ ਵੀ ਜਿਹੜੀ ਲਾਈਨ ਇੱਥੇ ਆ ਲਿਖੀ ਆ ਸਿਰਫ ਇਹੀ ਪੁੱਛਣਗੇ ਉਹ। ਇਹਦੇ ਰਿਗਾਰਡਿੰਗ ਫਾਤਿਮਾ ਬੀਬੀ ਬਾਰੇ ਜਿੱਦਾਂ ਹੋ ਗਿਆ, ਜਾਂ ਲੀਲਾ ਸੇਠ ਹੋ ਗਏ, ਹਨਾ, ਜਾਂ ਜਿਵੇਂ ਮੰਨ ਲਓ ਇੰਦਰਾ ਗਾਂਧੀ ਹੋ ਗਈ, ਜਾਂ ਐਨੀ ਬਸੰਤ ਲਾ ਲਓ ਕਿ ਐਨੀ ਬਸੰਤ ਬਾਰੇ ਜ਼ਰੂਰੀ ਤਾਂ ਨਹੀਂ ਵੀ ਉਹ ਸਿਰਫ ਇਹੀ ਪੁੱਛਣਗੇ ਕਿ ਫਸਟ ਵੂਮਨ ਕੌਣ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ। ਸੋ ਇਹ ਤੁਸੀਂ ਚੀਜ਼ ਧਿਆਨ ਰੱਖਣੀ ਆ। ਹੋ ਸਕਦਾ ਐਨੀ ਬਸੰਤ ਬਾਰੇ ਕੋਈ ਹੋਰ ਪੁਆਇੰਟ ਪੁੱਛ ਲੈਣ। ਸੋ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਆਪਣਾ ਕਵਰ ਹੋ ਸਕੇ ਨਾਲ ਆਪਾਂ ਥੋੜਾ ਨਾਲ ਐਕਸਪਲੇਨ ਕਰਦੇ ਜਾਵਾਂਗੇ। ਜ਼ਿਆਦਾ ਨਹੀਂ ਕਰਾਂਗੇ ਕਿਉਂਕਿ ਜ਼ਿਆਦਾ ਕਰਨਾ ਫਿਰ ਵੀਡੀਓ ਲੰਬੀ ਹੋ ਜਾਂਦੀ ਆ। ਜਿਹੜਾ ਲੱਗਦਾ ਕਿ ਹਾਂ ਇਹਦੇ ਤੇ ਕੋਈ ਹੋਰ ਕੁਐਸਚਨ ਬਣ ਸਕਦਾ, ਉਹ ਆਪਾਂ ਨਾਲ ਐਕਸਪਲੇਨ ਕਰਦੇ ਹਾਂ। ਸੋ ਤੁਸੀਂ ਪਹਿਲਾਂ ਵੀਡੀਓ, ਫਿਰ ਤੁਸੀਂ MCQ ਕੁਇਜ਼ ਲਾਉਣੇ ਆ ਆਪਣੇ ਟੈਲੀਗ੍ਰਾਮ ਚੈਨਲ ਤੇ, ਉਸ ਤੋਂ ਬਾਅਦ ਤੁਹਾਨੂੰ PDF ਨਾਲ ਹੀ ਮਿਲ ਜਾਏਗੀ, ਤਾਂ ਤੁਸੀਂ PDF ਤੋਂ ਰਿਵਾਈਜ਼ ਕਰ ਲਓ। ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ ਜੀ ਕਲਾਸ ਆਪਣੀ ਦੀ। ਹੁਣ ਜੀ ਸਭ ਤੋਂ ਪਹਿਲਾਂ ਫਸਟ ਵੂਮਨ ਜੱਜ ਇਨ ਸੁਪਰੀਮ ਕੋਰਟ। ਠੀਕ ਹੈ ਜੀ, ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਆ? ਫਾਤਿਮਾ ਬੀਬੀ। ਸੋ ਇਹ ਨਾਮ ਯਾਦ ਕਰਨਾ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਗਿਆ। ਜੇਲ੍ਹ ਵਾਰਡਨ ਦੇ ਇੱਕ ਪੇਪਰ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਵਾ। ਠੀਕ ਆ, ਆਲਰੇਡੀ 2021 PSSP ਤੇ। ਠੀਕ ਹੈ ਜੀ। ਸੋ ਤੁਸੀਂ ਧਿਆਨ ਰੱਖਣਾ, ਮੈਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਕਿਹੜਾ ਕੁਐਸਚਨ ਤੁਹਾਡਾ ਰਿਪੀਟ ਬਣਦਾ ਵਾ। ਸੋ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇਣੀ ਆ। ਸੋ ਅਜੇ ਤੱਕ ਨਾ ਫਿਲਹਾਲ ਆਪਣੀ ਵੂਮਨ CGI ਨਹੀਂ ਬਣੀ ਅਜੇ ਤੱਕ। ਠੀਕ ਆ, ਸੁਪਰੀਮ ਕੋਰਟ ਦੀ ਅਜੇ ਵੂਮਨ CGI ਨਹੀਂ ਬਣੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸੋ ਮੈਂ ਕੁਐਸਚਨ ਪੁੱਟ ਕੀਤਾ। ਸੋ ਇਸ ਵਾਰ ਮੈਂ ਤੁਹਾਨੂੰ ਦੱਸ, ਅਜੇ ਤੱਕ ਸੁਪਰੀਮ ਕੋਰਟ ਦੀ CGI ਵੂਮਨ ਨਹੀਂ ਬਣੇਗੀ, 2027 ਦੇ ਵਿੱਚ ਬਣੇਗੀ। ਠੀਕ ਆ, 2027 ਦੇ ਵਿੱਚ ਆਲ ਸੈੱਟ ਆ ਕੇ ਵੂਮਨ CGI ਆਪਣੀ ਸੁਪਰੀਮ ਕੋਰਟ ਦੀ ਬਣ ਜਾਏਗੀ। ਹੁਣ ਤੁਸੀਂ ਕੀ ਦੇਖਣਾ ਵਾ? ਠੀਕ ਆ, ਚੀਫ ਜਸਟਿਸ ਆਫ ਇੰਡੀਆ ਦੀ ਗੱਲ ਕਰ ਰਹੇ ਹਾਂ ਆਪਾਂ। ਤੁਸੀਂ ਜਾ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਕਿ ਉਹ ਕਿਹੜੇ ਆਪਣੇ ਵੂਮਨ ਆ ਜਿਹੜੇ ਕਿ ਚੀਫ ਜਸਟਿਸ ਆਫ ਇੰਡੀਆ ਬਣੇਗੀ ਆਪਣੀ 2027 ਦੇ ਵਿੱਚ। ਠੀਕ ਆ, ਸੋ ਨੈਕਸਟ ਕਰਦੇ ਹਾਂ ਜੀ। ਫਸਟ ਵੂਮਨ ਚੀਫ ਜਸਟਿਸ ਆਫ ਹਾਈ ਕੋਰਟ। ਜਿੱਦਾਂ ਕਿ ਆਪਣੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਤੇ ਬਾਕੀ ਜੱਜ ਹੁੰਦੇ ਨੇ, ਇਸੇ ਤਰ੍ਹਾਂ ਜਿਹੜੀ ਸਟੇਟ ਦੀ ਹਾਈ ਕੋਰਟਸ ਹੁੰਦੀਆਂ ਨੇ ਨਾ, ਤਾਂ ਉਹਦੀਆਂ ਵੀ ਚੀਫ ਜਸਟਿਸ ਹੁੰਦੇ ਆ। ਇੱਕ ਚੀਫ ਜਸਟਿਸ ਹੁੰਦਾ ਵਾ ਉਹਦਾ, ਠੀਕ ਆ, ਤੇ ਬਾਕੀ ਦੇ ਜਿਹੜੇ ਜੱਜ ਹੁੰਦੇ ਨੇ ਉਹ ਉਹਦੇ ਆਲੇ ਦੁਆਲੇ ਹੁੰਦੇ ਨੇ। ਠੀਕ ਆ, ਸੋ ਇਹ ਹੈੱਡ ਹੁੰਦਾ, ਮਤਲਬ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਹੈੱਡ ਹੁੰਦੇ ਆ। ਠੀਕ ਆ, ਸਟੇਟ ਦੇ। ਸੋ ਨੈਕਸਟ ਆਪਾਂ ਕਰਦੇ ਹਾਂ ਜੀ ਆਪਣਾ ਫਸਟ ਵੂਮਨ ਚੀਫ ਜਸਟਿਸ ਆਫ ਹਾਈ ਕੋਰਟ ਲੀਲਾ ਸੇਠ। ਬਸ ਸਿੰਪਲ ਤੁਸੀਂ ਇਹ ਨਾਮ ਯਾਦ ਕਰਨਾ। ਬਾਕੀ ਹਾਈ ਕੋਰਟ ਟੌਪਿਕ ਆਪਾਂ ਬਹੁਤ ਚੰਗੀ ਤਰ੍ਹਾਂ ਪੋਲਿਟੀ 'ਚ ਕਰ ਚੁੱਕੇ ਹਾਂ, ਤੁਸੀਂ ਜਾ ਕੇ ਉਹ ਕਲਾਸ ਆਪਣੀ ਦੇਖ ਲਓ, ਪੂਰਾ ਵਧੀਆ ਤੁਹਾਡਾ ਕਵਰ ਹੋ ਜਾਏਗਾ। ਫਸਟ ਵੂਮਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ। ਠੀਕ ਹੈ ਜੀ, ਸੋ ਇਹ ਵੀ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ। ਪ੍ਰਾਈਮ ਮਿਨਿਸਟਰ ਦਾ ਟੌਪਿਕ ਆਪਾਂ ਕਰ ਚੁੱਕੇ ਹਾਂ। ਜੋ ਚੀਜ਼ ਆਪਾਂ ਪਹਿਲਾਂ ਕਰਵਾ ਚੁੱਕੇ ਹਾਂ ਉਹਦੇ ਬਾਰੇ ਜ਼ਿਆਦਾ ਡਿਟੇਲ ਨਹੀਂ ਇਹਦੇ ਵਿੱਚ ਆਪਾਂ ਕਰਾਂਗੇ, ਕਿਉਂਕਿ ਉਹ ਆਲਰੇਡੀ ਆਪਣਾ ਟੌਪਿਕ ਕੀਤਾ ਹੋਇਆ। ਉਹਦੇ ਲਈ ਆਪਾਂ ਬਾਰ-ਬਾਰ ਆਪਣਾ ਟਾਈਮ ਵੇਸਟ ਨਹੀਂ ਕਰਨਾ। ਠੀਕ ਹੈ, ਹੁਣ ਆ ਗਿਆ ਜੀ ਆਪਣਾ ਫਸਟ ਵੂਮਨ ਪ੍ਰੈਜ਼ੀਡੈਂਟ ਆਫ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ, ਐਨੀ ਬੇਸੰਤ। ਠੀਕ ਆ, ਸੋ ਐਨੀ ਬੇਸੰਤ ਪਹਿਲੇ ਵੂਮਨ ਨੈਸ਼ਨਲ ਪ੍ਰੈਜ਼ੀਡੈਂਟ ਸੀਗੇ ਆਪਣੇ ਇਹਦੇ ਕੀ ਨਾਮ ਆ, ਇੰਡੀਅਨ ਨੈਸ਼ਨਲ ਕਾਂਗਰਸ ਦੇ। ਠੀਕ ਆ ਜੀ, ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ। ਠੀਕ ਆ, ਸੋ ਇਹਨਾਂ ਨੇ ਇੱਕ ਹੋਰ ਚੀਜ਼ ਕੀਤੀ ਸੀ, ਸੋ ਇਹ ਵੀ ਆਪਾਂ ਕੀਤਾ ਹੋਇਆ, ਵੈਸੇ ਫਿਰ ਵੀ ਦੱਸ ਦੇਣਾ। 1916 ਦੇ ਵਿੱਚ ਨਾ ਇਹਨਾਂ ਨੇ ਹੋਮ ਰੂਲ ਲੀਗ ਮੂਵਮੈਂਟ ਜਿਹੜਾ ਚੱਲਿਆ ਸੀਗਾ ਆਪਣੇ ਭਾਰਤ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਇੱਕ ਪ੍ਰਤੀਨਿਧੀ ਕੀਤੀ ਸੀ। ਸੋ ਨਾਲ ਇਹਨਾਂ ਇੱਕ ਬਾਲ ਗੰਗਾਧਰ ਤਿਲਕ ਨੇ ਵੀ 1916 ਦੇ ਵਿੱਚ ਕੀਤੀ ਸੀ। ਸੋ ਤੁਸੀਂ ਮੈਨੂੰ ਇੱਕ ਚੀਜ਼ ਦੱਸਣੀ ਆ ਕਿ ਜਿਹੜੀ ਐਨੀ ਬੇਸੰਤ ਆ, ਠੀਕ ਆ, ਐਨੀ ਬੇਸੰਤ ਨੇ ਜਿਹੜੀ ਹੋਮ ਰੂਲ ਲੀਗ ਮੂਵਮੈਂਟ ਚਲਾਈ ਸੀ, ਉਹ ਕਿੱਥੇ ਚਲਾਈ ਸੀ, ਮਤਲਬ ਕਿਹੜੇ ਸਟੇਟ ਦੇ ਵਿੱਚ ਜਾਂ ਕਿਹੜੇ ਸ਼ਹਿਰ 'ਚ ਚਲਾਈ ਸੀ, ਤੇ ਬਾਲ ਗੰਗਾਧਰ ਤਿਲਕ ਨੇ ਕਿਹੜੇ 'ਚ ਚਲਾਈ ਸੀ। ਠੀਕ ਆ, ਸੋ ਇਹ ਪੇਪਰ 'ਚ ਕੁਐਸਚਨ ਬਣ ਜਾਂਦਾ ਵਾ ਇਹ। ਨੈਕਸਟ ਕਰਾਂਗੇ ਆਪਾਂ ਫਸਟ ਵੂਮਨ ਚੀਫ ਮਿਨਿਸਟਰ ਆਫ ਐਨੀ ਸਟੇਟ। ਕਿਸੇ ਵੀ ਸਟੇਟ ਦੀ ਮਤਲਬ ਵੂਮਨ ਚੀਫ ਮਿਨਿਸਟਰ ਕੌਣ ਆ? ਠੀਕ ਆ ਜੀ, ਸੋ ਇਹ ਦੇਖੋ ਜੀ, ਇਹ ਹੈਗੇ ਆ ਜੀ ਆਪਣੀ ਸੁਚਿਤਰਾ ਕ੍ਰਿਪਲਾਨੀ। ਠੀਕ ਆ ਜੀ, ਸੁਚਿਤਰਾ ਕ੍ਰਿਪਲਾਨੀ, ਇਹ ਨਾਮ ਤੁਸੀਂ ਯਾਦ ਕਰਨਾ, ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਠੀਕ ਆ ਜੀ, ਨੈਕਸਟ ਆਪਾਂ ਕਰਦੇ ਹਾਂ ਜੀ। ਨੈਕਸਟ ਆ ਗਿਆ ਜੀ ਫਸਟ ਵੂਮਨ ਗਵਰਨਰ ਆਫ ਏ ਸਟੇਟ ਇਨ ਫ੍ਰੀ ਇੰਡੀਆ, ਸਰੋਜਨੀ ਨਾਇਡੂ।
ਇਹਦੇ ਉੱਤੇ ਵੀ ਕੁਐਸਚਨ ਕਾਫੀ ਪੁੱਛੇ ਜਾਂਦੇ ਨੇ। ਮੈਂ ਤੁਹਾਨੂੰ ਦੱਸਦਾ ਕਿ ਇਹਦੇ ਉੱਤੇ ਕਿਹੜੇ ਕੁਐਸਚਨ ਸਰੋਜਨੀ ਨਾਇਡੂ ਦੇ ਉੱਤੇ ਜ਼ਿਆਦਾਤਰ ਮਤਲਬ ਆਪਣੇ ਪੇਪਰਾਂ ਦੇ ਵਿੱਚ, ਚਾਹੇ ਤੁਸੀਂ ਕਿਸੇ ਵੀ, ਇਹ ਕਲਾਸ ਦਾ ਫਾਇਦਾ ਤੁਹਾਨੂੰ ਇਹ ਆ ਕਿ ਸਿਰਫ ਪੰਜਾਬ ਐਗਜ਼ਾਮ ਨਹੀਂ, ਸਾਰੇ ਪੇਪਰਾਂ ਦੇ ਵਿੱਚ ਹੀ ਇਹਦੀ ਜੀਕੇ ਤਾਂ, ਕਿਉਂਕਿ ਕਿਸੇ ਵੀ ਪੇਪਰ 'ਚ ਤੁਸੀਂ ਬੈਠੋਗੇ, ਚਾਹੇ ਸਟੇਟ 'ਚ ਬੈਠੇ ਹੋ ਚਾਹੇ ਤੁਸੀਂ ਸੈਂਟਰ ਦੇ ਵਿੱਚ ਬੈਠੇ ਹੋ, ਠੀਕ ਆ। ਸੋ ਉਹਦੇ ਵਿੱਚ ਤੁਹਾਨੂੰ ਜੀਕੇ ਦਾ ਸੇਮ ਹੀ ਆਏਗੀ, ਜੀਕੇ ਤਾਂ ਚੇਂਜ ਹੋਣ ਨਹੀਂ ਲੱਗੀ, ਬਸ ਇੱਕ ਪੰਜਾਬ ਜੀਕੇ ਦਾ ਡਿਫਰੈਂਸ ਹੁੰਦਾ ਬਸ, ਠੀਕ ਹੈ। ਸੋ ਕਿਸੇ ਵੀ ਪੇਪਰ 'ਚ ਜਾਓਗੇ ਤੁਹਾਨੂੰ ਸਟੈਟਿਕ ਜੀਕੇ ਹੋ ਗਿਆ, ਪੋਲਿਟੀ ਹੋ ਗਿਆ, ਹਿਸਟਰੀ ਹੋ ਗਿਆ, ਸਾਰਿਆਂ ਦਾ ਬੈਨੀਫਿਟ ਮਿਲੇਗਾ। ਬਸ ਪੰਜਾਬ ਜੀਕੇ ਦਾ ਵੇਟੇਜ ਆਪਣੇ ਪੰਜਾਬ ਦੇ ਪੇਪਰਾਂ 'ਚ ਜ਼ਿਆਦਾ ਹੁੰਦਾ, ਬਸ ਉਹਨਾਂ ਫਰਕ ਆ, ਬਾਕੀ ਹੋਰ ਕੋਈ ਫਰਕ ਨਹੀਂਗਾ, ਠੀਕ ਆ। ਪਹਿਲੀ ਵੂਮਨ ਗਵਰਨਰ ਆਫ ਸਟੇਟ ਇਨ ਫ੍ਰੀ ਇੰਡੀਆ, ਠੀਕ ਆ, ਸਰੋਜਨੀ ਨਾਇਡੂ ਆ। ਹੁਣ ਸਰੋਜਨੀ ਨਾਇਡੂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਉਹ ਦੱਸ ਦਿੰਦਾ, ਠੀਕ ਆ, ਠੀਕ ਆ ਜੀ। ਸੋ ਇਹ ਪਹਿਲੀ ਫੀਮੇਲ ਗਵਰਨਰ ਆਪਾਂ ਕਰ ਲਿਆ ਹੋਇਆ ਵਾ, ਠੀਕ ਆ, ਸਰੋਜਨੀ ਨਾਇਡੂ। ਇੱਕ ਇਹਨਾਂ ਨੂੰ ਕੀ ਕਹਿੰਦੇ ਨੇ, ਨਾਈਟੈਂਗਲ ਆਫ ਇੰਡੀਆ। ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਨਾਈਟੈਂਗਲ ਆਫ ਇੰਡੀਆ ਕਿਹਨੂੰ ਕਹਿੰਦੇ। ਇੱਕ ਨਾ ਤੁਸੀਂ ਨਿੱਕੀ ਜੀ, ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਕਾਪੀ ਲਾ ਲੈਣੀ ਆ, 20 ਰੁਪਏ ਵਾਲੀ ਕਾਪੀ ਲੈ ਲਓ ਇੱਕ ਛੋਟੀ ਜੀ। ਸੋ ਉਹਦੇ ਵਿੱਚ ਤੁਸੀਂ ਨਾਰਮਲੀ ਇਹਦੇ ਵਿੱਚ ਜੋ ਮੈਂ ਪੁਆਇੰਟ ਤੁਹਾਨੂੰ ਦੱਸ ਰਿਹਾ ਹੁੰਦਾ, ਵਨ ਲਾਈਨਰ ਬਣਾ ਕੇ ਲਿਖੀ ਜਾਣਾ, ਬਸ ਉਹਦਾ ਪਰਸਨ ਦਾ ਤੁਸੀਂ ਨਾਮ ਲਿਖ ਲੈਣਾ ਮੈਂ, ਠੀਕ ਆ। ਜਦੋਂ ਤੁਸੀਂ ਪਰਸਨ ਦਾ ਨਾਮ ਲਿਖੋਗੇ ਉਸ ਤੋਂ ਬਾਅਦ ਤੁਸੀਂ, ਸੋ ਪਰਸਨ ਦਾ ਨਾਮ ਲਿਖਣਾ ਤੁਸੀਂ, ਪਰਸਨ ਦਾ ਨਾਮ ਲਿਖ ਕੇ ਉਸ ਤੋਂ ਅੱਗੇ ਤੁਹਾਡੀ ਜਿਹੜੀ ਵੀ ਛੋਟੀ ਜਿਹੀ ਡਿਟੇਲ ਮੈਂ ਦੇ ਦਿੱਤੀ, ਜਿੱਦਾਂ ਹੁਣ ਮੈਂ ਨਾਈਟੈਂਗਲ ਆਫ ਇੰਡੀਆ ਤੁਹਾਨੂੰ ਦੱਸਤਾ, ਠੀਕ ਆ। ਜੇਕਰ ਤਾਂ ਤੁਹਾਨੂੰ ਪਤਾ ਵਾ ਠੀਕ ਆ, ਜੇਕਰ ਨਹੀਂ ਪਤਾ ਤਾਂ ਇੱਕ ਵਨ ਲਾਈਨਰ ਬਣਾ ਕੇ ਲਿਖ ਲਓ, ਨਾਈਟੈਂਗਲ ਆਫ ਇੰਡੀਆ ਸਰੋਜਨੀ ਨਾਇਡੂ, ਬਸ ਗੱਲ ਖਤਮ, ਠੀਕ ਆ। ਸੋ ਇਹ ਕਿੱਥੋਂ ਦੇ ਗਵਰਨਰ ਬਣੇ ਸੀ, ਇਹ ਬਣੇ ਸੀ ਜੀ ਯੂਪੀ ਦੇ ਫੀਮੇਲ ਗਵਰਨਰ ਬਣੇ ਸੀ ਸ਼ਾਇਦ 1947 ਦੇ ਵਿੱਚ, ਹਾਂਜੀ 1947 ਦੇ ਵਿੱਚ ਬਣੇ ਸੀ, ਠੀਕ ਆ। ਸੋ ਨੈਕਸਟ ਅਗਰ ਆਪਾਂ ਫਸਟ ਚੀਫ ਮਿਨਿਸਟਰ ਕੌਣ ਸੀਗੇ ਆਪਣੇ ਇੰਡੀਅਨ ਸਟੇਟ ਦੇ, ਜਿਹੜੇ ਸੁਚੇਤਾ कृपलानी ਸੀ ਨਾ, ਇਹ ਬਣੇ ਸੀ ਆਪਣੇ ਉੱਤਰ ਪ੍ਰਦੇਸ਼ ਦੇ, ਇਹ ਵੀ ਉੱਤਰ ਪ੍ਰਦੇਸ਼ ਦੇ ਹੀ ਬਣੇ ਸੀ, ਠੀਕ ਆ। ਸੁਚੇਤਾ कृपलानी ਵੀ ਉੱਤਰ ਪ੍ਰਦੇਸ਼ ਦੇ ਹੀ ਬਣੇ ਸੀ, ਠੀਕ ਆ ਜੀ। ਸੋ ਨੈਕਸਟ ਕਰਦੇ ਹਾਂ ਆਪਾਂ ਫਸਟ ਵੂਮਨ ਮਿਨਿਸਟਰ ਇਨ ਗੌਰਮੈਂਟ, ਠੀਕ ਆ ਜੀ। ਗੌਰਮੈਂਟ ਦੀ ਮਤਲਬ ਸਰਕਾਰ ਲਈ ਪਹਿਲੀ ਜਦੋਂ ਮਤਲਬ ਕੈਬਨਿਟ ਬਣੀ ਸੀ ਉਸ ਟਾਈਮ ਦੇ ਉੱਤੇ ਆਪਣੀ, ਸੋ ਕੈਬਨਿਟ ਬਣੀ ਸੀ ਜਿਹੜੀ ਪਹਿਲੀ ਕੈਬਨਿਟ ਜਵਾਹਰ ਲਾਲ ਨਹਿਰੂ ਦੀ ਬਣੀ ਸੀ। ਸੋ ਉਹਦੇ ਵਿੱਚ ਪਹਿਲੀ ਮੰਤਰੀ ਕੌਣ ਸੀ, ਠੀਕ ਆ, ਰਾਜਕੁਮਾਰੀ ਅਮਰਤ ਕੌਰ। ਇਹ ਤੁਸੀਂ ਨਾਮ ਯਾਦ ਕਰਨਾ, ਪੇਪਰ ਦੇ ਵਿੱਚ ਬਹੁਤ ਇਹ ਵਾਲਾ ਕੁਐਸਚਨ ਵੀ ਪੁੱਛਿਆ ਜਾਂਦਾ, ਠੀਕ ਆ। ਇਹ ਕਿਹੜੀ ਇਹਨਾਂ ਨੂੰ ਕਨਸਟੀਟਿਊਸ਼ਨ ਮਿਲੀ ਸੀਗੀ, ਸੋ ਇਹ ਹੈਲਥ ਮਿਨਿਸਟਰ ਸੀ, ਠੀਕ ਆ ਜੀ, ਹੈਲਥ ਮਿਨਿਸਟਰ ਮਤਲਬ ਸਿਹਤ ਮੰਤਰਾਲਾ ਇਹਨਾਂ ਨੂੰ ਦਿੱਤਾ ਸੀ, ਠੀਕ ਆ। ਸੋ ਇਹ ਪਹਿਲੇ ਵੂਮਨ ਮਿਨਿਸਟਰ ਸੀ ਗੌਰਮੈਂਟ 'ਚ, ਠੀਕ ਆ। ਸੋ ਇਹ ਨੈਕਸਟ ਕਰਾਂਗੇ ਜੀ ਆਪਾਂ ਫਸਟ ਵੂਮਨ ਲਾਇਰ ਟੂ ਅਪੀਅਰ ਏ ਹਾਈ ਕੋਰਟ ਇਨ ਇੰਡੀਆ। ਪਹਿਲੇ ਵੂਮਨ ਲਾਇਰ ਕੌਣ ਸੀ ਜਿਨ੍ਹਾਂ ਨੇ ਕਿ ਅਪੀਅਰ ਕੀਤੇ ਸੀ ਬਿਫੋਰ ਏ ਹਾਈ ਕੋਰਟ ਇਨ ਇੰਡੀਆ ਐਂਡ ਫਸਟ ਟੂ ਪ੍ਰੀਜ਼ਾਈਡ ਓਵਰ ਦੀ ਆਪਣੇ ਰਾਜ ਸਭਾ, ਵਾਇਲਟ ਅਲਾਵਾ, ਠੀਕ ਆ ਜੀ। ਸੋ ਇਹ ਨਾਮ ਯਾਦ ਕਰ ਲੈਣਾ ਤੁਸੀਂ। ਸੋ ਇਹ ਪੇਪਰ ਦੇ ਵਿੱਚ ਵੈਸੇ ਕੁਐਸਚਨ ਘੱਟ ਬਣਦਾ ਵਾ, ਸੋ ਮੈਂ ਐਡ ਕਰਤਾ ਹੋਇਆ, ਸੋ ਤਾਂ ਹੀ ਮੈਂ ਜ਼ਿਆਦਾ ਸਟ੍ਰੈਸ ਇਹਦੇ ਉੱਤੇ ਨਹੀਂ ਦੇ ਰਿਹਾ ਤੁਹਾਨੂੰ। ਨੈਕਸਟ ਆ ਗਿਆ ਜੀ ਫਸਟ ਵੂਮਨ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ, ਡਬਲ ਸਟਾਰ ਲਾ ਲਓ ਜੀ। ਇਹ ਪੇਪਰ 2021 PSSB 'ਚ ਰਿਪੀਟ ਹੋ ਜਾਏਗਾ। ਯੂਨਾਈਟਿਡ ਨੇਸ਼ਨ ਦੀ ਜੋ ਆਪਣੀ UN ਦੀ ਹੁੰਦੀ ਆ, ਸੋ ਇਹ UN ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਪੜਾਂਗੇ, ਠੀਕ ਆ ਜੀ। ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਗੀ। ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਜਨਰਲ ਅਸੈਂਬਲੀ ਹੁੰਦੀ ਆ, ਉਹਦੇ ਵਿੱਚ ਫਸਟ ਵੂਮਨ ਪ੍ਰੈਜ਼ੀਡੈਂਟ ਕੌਣ ਸੀ, ਠੀਕ ਆ, ਵਿਜੇ ਲక్ష్ਮੀ ਪੰਡਿਤ। ਸੋ ਇਹਦਾ ਉਹਨਾਂ ਦਾ ਤੁਸੀਂ ਨਾਮ ਯਾਦ ਕਰਨਾ। ਹਾਂਜੀ ਨੈਕਸਟ ਆ ਗਿਆ ਜੀ ਆਪਣਾ ਫਸਟ ਵੂਮਨ ਚੇਅਰਮੈਨ ਆਫ ਦਾ UPSC, ਠੀਕ ਹੈ। UPSC ਦੀ ਜੋ ਪਹਿਲੀ ਵੂਮਨ ਚੇਅਰਮੈਨ ਦੱਸੋ ਕੌਣ ਸੀ। UPSC ਦੀ ਪਹਿਲੀ ਵੂਮਨ ਚੇਅਰਮੈਨ ਸੀਗੀ ਰੋਜ਼ ਮਿਲੀਅਨ ਬੈਥਿਊ, ਠੀਕ ਹੈ ਜੀ, ਰੋਜ਼ ਮਿਲੀਅਨ ਬੈਥਿਊ। ਇਹ ਵੀ ਤੁਸੀਂ ਨਾਮ ਆਪਣਾ ਯਾਦ ਕਰ ਲੈਣਾ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡਾ ਦਾ ਫਸਟ ਵੂਮਨ ਡਾਇਰੈਕਟਰ ਆਫ ਦਾ ਜਰਨਲ ਆਫ ਪੁਲਿਸ, ਠੀਕ ਹੈ ਜੀ। ਪੁਲਿਸ ਦੀ ਮਤਲਬ ਫਸਟ ਵੂਮਨ ਡਾਇਰੈਕਟਰ ਜਰਨਲ ਕੌਣ ਸੀ, C ਭੱਟਾਚਾਰੀਆ, ਠੀਕ ਹੈ। ਇਹ ਕੰਚਨ C ਭੱਟਾਚਾਰੀਆ ਨਾਮ ਯਾਦ ਕਰ ਲਓ ਜੀ ਇਹਦਾ। ਫਸਟ ਵੂਮਨ IPS ਆਫੀਸਰ ਕੌਣ ਆ ਜੀ, ਆਪਣੀ ਕਿਰਨ ਬੇਦੀ, ਠੀਕ ਹੈ ਜੀ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹ ਵੀ ਤੁਸੀਂ ਕਰਨਾ ਵਾ, ਠੀਕ ਆ। 1975 ਦੇ ਵਿੱਚ ਇਹ IPS ਬਣੇ ਸੀ, ਠੀਕ ਹੈ। 1975 ਬੈਚ ਦੇ ਸੀਗੇ IPS ਬਣੇ ਸੀ। ਸੋ ਇਹ ਨਾ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਣੀ ਆ, ਲੈਫਟੀਨੈਂਟ ਗਵਰਨਰ ਇਹ ਆਪਣੇ ਪੁਡੂਚੇਰੀ ਦੇ ਸੀਗੇ, ਠੀਕ ਹੈ ਜੀ। ਸੋ ਹੁਣ ਪਿੱਛੇ ਜੇ ਇਹਨਾਂ ਨੇ ਰਿਜ਼ਾਈਨ ਕਰਤਾ ਸੀ, ਠੀਕ ਆ ਜੀ। ਸੋ ਪਿੱਛੇ ਜੇ ਇਹਨਾਂ ਦਾ ਮਤਲਬ ਉਹ ਹੋ ਗਿਆ ਸੀਗਾ, ਠੀਕ ਆ। ਸੋ ਹਟਾ ਦਿੱਤਾ ਸੀ ਇਹਨਾਂ ਨੂੰ ਆਪਦੇ ਇਹਨਾਂ ਦੇ ਜੋ ਅਹੁਦਾ ਸੀਗਾ ਨਾ, ਠੀਕ ਆ, ਆਪਣਾ ਲੈਫਟੀਨੈਂਟ ਗਵਰਨਰ ਦੀ ਪੋਸਟ ਤੋਂ, ਠੀਕ ਆ। ਸੋ ਫਿਲਹਾਲ ਅਗਰ ਕੁਐਸਚਨ ਬਣੇ ਤਾਂ ਪੁਡੂਚੇਰੀ ਦੇ ਗਵਰਨਰ ਸੀਗੇ, ਠੀਕ ਆ, ਇਹ ਰਹਿ ਚੁੱਕੇ ਨੇ। ਨੈਕਸਟ ਕਰਾਂਗੇ ਜੀ ਆਪਾਂ ਦਾ ਫਸਟ ਵੂਮਨ ਜੱਜ, ਪਹਿਲੇ ਵੂਮਨ ਜੱਜ ਦੱਸੋ ਜੀ ਕੌਣ ਆ ਜੀ, ਅੰਨਾ ਚੰਡੀ, ਠੀਕ ਆ ਜੀ। ਸੋ ਇਹ ਕਿਸੇ ਵੀ ਕੋਰਟ ਦੀ ਆਪਣੇ ਫਸਟ ਵੂਮਨ ਜੱਜ ਨੇ, ਠੀਕ ਆ, ਬਸ ਸਿੰਪਲ। ਸੋ ਇਹਦੇ ਵਿੱਚ ਕੋਈ ਵੀ ਇਹਨਾਂ ਨੇ ਕੋਈ ਇਦਾਂ ਨਹੀਂ ਪੁੱਛਿਆ ਕਿ ਆਪਣੇ ਹਾਈ ਕੋਰਟ ਦੀ ਨਹੀਂ ਪੁੱਛਿਆ ਉਹਨਾਂ, ਕਿਉਂਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਆਪਾਂ ਉੱਪਰ ਕਰ ਚੁੱਕੇ ਹਾਂ। ਕੋਈ ਹਾਈ ਕੋਰਟ ਨਹੀਂ ਪੁੱਛਿਆ, ਕੋਈ ਸੁਪਰੀਮ ਕੋਰਟ ਨਹੀਂ ਪੁੱਛਿਆ, ਬਸ ਇਹਨਾਂ ਨੇ ਫਸਟ ਵੂਮਨ ਜੱਜ ਪੁੱਛਣਗੇ ਤਾਂ ਅੰਨਾ ਚੰਡੀ, ਠੀਕ ਆ। ਵੈਸੇ ਹਾਈ ਕੋਰਟ ਦੇ ਪਹਿਲੇ ਆਪਣੇ ਜੱਜ ਸੀਗੇ ਵੂਮਨ ਜੱਜ, ਠੀਕ ਆ ਜੀ। ਨੈਕਸਟ ਆ ਗਿਆ ਜੀ ਸਾਡਾ ਫਸਟ ਵੂਮਨ ਬੈਰਿਸਟਰ, ਕਿਉਂਕਿ ਸੁਪਰੀਮ ਕੋਰਟ ਦੇ ਤਾਂ ਆਪਾਂ ਫਾਤਿਮਾ ਬੀਬੀ ਕੀਤਾ ਹੀ ਹੋਇਆ ਨਾ ਉੱਪਰ। ਸੋ ਫਸਟ ਵੂਮਨ ਬੈਰਿਸਟਰ ਕੌਣ ਨੇ ਜੀ ਆਪਣੇ, ਸੋ ਇਹ ਨੇ ਜੀ ਕੋਰਨੇਲੀਆ ਸੌਰਭ ਜੀ, ਠੀਕ ਹੈ ਜੀ। ਸੋ ਇਹ ਤੁਸੀਂ ਨਾਮ ਯਾਦ ਕਰਨਾ। ਦਾ ਫਸਟ ਵੂਮਨ ਆਨਰ, ਜਿਹੜੇ ਕਿ ਆਨਰ ਗ੍ਰੈਜੂਏਟ ਦੇ ਵਿੱਚ ਕੀਤੀ ਹੈ ਇਹਨਾਂ ਨੇ, ਕਾਮਨੀ ਰਾਏ, ਠੀਕ ਹੈ ਜੀ, ਕਾਮਨੀ ਰਾਏ, ਠੀਕ ਹੈ ਜੀ। ਨੈਕਸਟ ਆ ਗਿਆ
ਫਸਟ ਵੂਮਨ ਚੇਅਰਪਰਸਨ ਆਫ ਦਾ ਇੰਡੀਅਨ 에ਅਰਲਾਈਨਸ ਦੇ ਪਹਿਲੇ ਵੂਮਨ ਚੇਅਰਪਰਸਨ ਕੌਣ ਆ ਜੀ? ਸੁਸ਼ਮਾ ਚਾਵਲਾ। ਠੀਕ ਆ, ਇਹ ਵੀ ਤੁਸੀਂ ਨਾਮ ਯਾਦ ਕਰਨਾ, ਇੰਪੋਰਟੈਂਟ ਬਣਦਾ ਵਾ। ਹੁਣ ਆਹ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਆ, ਪੇਪਰ ਦੇ ਵਿੱਚ ਬਹੁਤ ਵਾਰ ਆਉਂਦਾ ਕਿ ਫਸਟ ਵੂਮਨ ਜਿਨ੍ਹਾਂ ਨੂੰ ਕਿ ਨੋਬਲ ਪ੍ਰਾਈਜ਼ ਮਿਲਿਆ ਸੀ। ਨੋਬਲ ਪ੍ਰਾਈਜ਼ ਬਾਰੇ ਆਪਾਂ ਪਿਛਲੀ ਕਲਾਸ 'ਚ ਥੋੜਾ ਜਿਹਾ ਕਰ ਚੁੱਕੇ ਹਾਂ, ਠੀਕ ਆ, ਡਿਟੇਲ ਦੇ ਵਿੱਚ। ਸੋ ਪੂਰੀ ਡਿਟੇਲ ਆਪਾਂ ਅੱਗੇ ਜਾ ਕੇ ਕਰਾਂਗੇ, ਠੀਕ ਆ, ਉਹਦੀ ਜਦੋਂ ਆਪਣਾ ਸਟੈਟਿਕ ਜੀਕੇ 'ਚ ਆਪਾਂ ਇੱਕ ਅਲੱਗ ਤੋਂ ਟੌਪਿਕ ਲੈ ਕੇ ਆਵਾਂਗੇ। 5ਵੀਂ ਜਾਂ 6ਵੀਂ ਕਲਾਸ ਹੋਏਗੀ ਨੋਬਲ ਪ੍ਰਾਈਜ਼ ਤੇ ਆਪਣੀ। ਫਸਟ ਵੂਮਨ ਟੂ ਰਿਸੀਵ ਨੋਬਲ ਪ੍ਰਾਈਜ਼ ਮਦਰ ਟਰੇਸਾ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ ਜੀ। 1979 ਦੇ ਵਿੱਚ ਮਿਲਿਆ ਸੀ ਇਹਨਾਂ ਨੂੰ, ਠੀਕ ਆ, ਪੀਸ ਦੇ ਵਿੱਚ ਮਿਲਿਆ ਸੀ। ਪੀਸ ਦੇ ਵਿੱਚ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਪੀਸ ਦੇ ਵਿੱਚ ਵੀ ਮਿਲਦਾ ਸ਼ਾਂਤੀ ਲਈ, ਠੀਕ ਆ ਜੀ। ਹਿਊਮੈਨਿਟੇਰੀਅਨ ਦੇ ਵਿੱਚ ਤੇ ਵਧੀਆ ਵਰਕ ਕੀਤਾ ਸੀ ਉਹਨਾਂ ਨੂੰ, ਸੋ ਇਹਦੇ ਲਈ ਸੀਗਾ, ਠੀਕ ਆ ਜੀ। ਸੋ 1910 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਮਦਰ ਟਰੇਸਾ ਦਾ, ਠੀਕ ਆ। 1910 ਦੇ ਵਿੱਚ ਜਨਮ ਹੋਇਆ ਸੀ ਉਹਨਾਂ ਨੇ। ਸੋ ਇੱਕ ਇਹਨਾਂ ਨੇ ਹੋਰ ਸੰਸਥਾ ਚਲਾਈ ਸੀ, ਮਿਸ਼ਨਰੀਜ਼ ਆਫ ਚੈਰਿਟੀ, ਠੀਕ ਆ ਜੀ। ਸੋ ਇਹ ਨਾਮ ਵੀ ਤੁਸੀਂ ਯਾਦ ਕਰਨਾ, ਕਈ ਵਾਰ ਪੇਪਰ 'ਚ ਕੁਐਸਚਨ ਮਿਸ਼ਨਰੀਜ਼ ਆਫ ਚੈਰਿਟੀ ਕਿਹਨਾਂ ਦੇ ਨਾਲ ਸੰਬੰਧਿਤ ਆ? ਸੋ ਮਦਰ ਟਰੇਸਾ ਨੇ ਚਲਾਈ ਸੀ, ਇਹ 1950 ਦੇ ਆਸ-ਪਾਸ ਚਲਾਈ ਸੀ, ਠੀਕ ਆ ਜੀ। ਸੋ ਇਹ ਵਾਲੇ ਇਹਨਾਂ ਦੇ ਕੁਐਸਚਨ ਬਣਦੇ ਨੇ, ਠੀਕ ਆ ਜੀ। ਨੈਕਸਟ ਕਰਦੇ ਹਾਂ। ਸੋ ਇਹਨਾਂ ਨੇ ਆਪਣੀ ਭਾਰਤ ਦੀ ਜੋ ਸੀ ਨਾ, ਭਾਰਤ ਦੀ ਆਪਣੀ ਸਿਟੀਜ਼ਨਸ਼ਿਪ ਲੈ ਲਈ ਸੀ, ਠੀਕ ਆ, ਆਪਣੇ। ਸੋ ਇਸੇ ਕਰਕੇ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਫਸਟ ਵੂਮਨ ਟੂ ਰਿਸੀਵ ਨੋਬਲ ਪ੍ਰਾਈਜ਼ ਮਦਰ ਟਰੇਸਾ। तो फस्ट वूमन एयरलाइन पायलट दुर्गा बैनर्जी, ठीक है जी। दुर्गा बैनर्जी ने जेडे कि फस्ट वूमन एयरलाइन पायलट। नैक्सट करांगे आप फस्ट वूमन टू रिसीव भारत रत्न। भारत रत्न सब तो पहला किहनूं मिलिया सी जी? भारत रत्न सब तो पहला मिलिया सी अपने इंदिरा गांधी नूं, ठीक है जी, औरत नूं। सो याद रखना, ठीक है, जो फीमेल का पुछया उन्होंने, जेकर फीमेल का पुछे तां वा, ठीक है, 1971 दे विच मिलिया सी। नैक्सट करते हैं जी। फस्ट वूमन एशियन गोल्ड मैडल जितया वा जिन्हें, ठीक है, एशियन गेम्स के गोल्ड मैडल किने जितया? कमलजीत संधू, ठीक है। सो ये भी तुसीं नाम याद कर लेना वा। 1970 ईस्वी के इन्हों एशियन गेम्स जिहड़ियां होईयां सी उहदे विच इन्हां नूं मिलिया सी, ठीक है, 400 मीटर की दौड़ दे विच मिलिया सी। 400 मीटर की दौड़ दे विच इन्हां ने गोल्ड मैडल लिया सी एशियन गेम च। याद रखना, ओलंपिक नहीं पुछया उन्होंने, एशियन गेम्स होर होंदियां ने, जदों आपां स्पोर्ट्स करांगे उहदे विच होएगा, ठीक है। 400 मीटर की रेस दे विच इह होया सी, कित्थों दे ने इह? अपने कमलजीत संधू पंजाब दे, ठीक है। सो याद करना, पंजाब दे खिडारी आ, ठीक है जी, वूमन। नैक्सट फस्ट वूमन ओलंपिक मैडल विनर। ओलंपिक दे विच पहली वूमन जिन्हां ने कि अपना ओलंपिक दे विच मैडल जित्तिया सी, कर्नम मलेश्वरी। सो इदां दे क्वेश्चन पेपर दे विच बनदे हुंदे ने, सो ये तुसीं याद रखना, ठीक है। ब्रोंज मैडल जित्तिया सी इन्हां ने, किहड़ा मैडल? ब्रोंज मैडल इन्हां नूं मिलिया सी, ठीक है जी। सो ओलंपिक शायद 2000 सी, ठीक है, 2000 ओलंपिक दे विच इन्हां ने वूमन दे विच ओलंपिक मैडल जित्तिया सी। नैक्सट आ गया फस्ट वूमन टू क्लाइंब माउंट एवरेस्ट। माउंट एवरेस्ट क्लाइंब करने वाले पहली वूमन कौन आ? अपने भारत की बचेंद्री पाल, ठीक है जी। सो ये नाम याद करना, बहुत बार पेपर के रिपीट होंदा। जिथे मैं स्टार मार्क लाता ना तुहानूं, ये तां तुसीं इदां ला लो कि रट लेना, ठीक है जी। सो ये तां सी क्लाइंब, जिहड़ी कि पहली औरत जिन्हें कि अपनी माउंट एवरेस्ट चढ़िया सी, ठीक है, बचेंद्री पाल। सो फस्ट वूमन टू क्लाइंब माउंट एवरेस्ट ट्वाइस, मतलब 2 बार चढ़न वाली जो अपनी माउंट एवरेस्ट ते, ठीक है, कौन सी? संतोष यादव। इन्हां च कन्फ्यूज नहीं होना, आ 2 बारी, ठीक है जी। सो आ अपनी बचिंद्रपाल पहली, ठीक है। दोनों के नाम तुसीं याद करने, दोनों अलग अलग आ, बस आ 2 बारी आ पहली आ, ठीक है। सब तो पहली बार कौन सी? बचिंद्री पाल, ठीक है जी। सो इंपॉर्टेंट बनते हैं दोनों ही। नैक्सट फस्ट वूमन टू विन सिल्वर किने जित्तिया सी जी? PV संधू, ठीक है जी। सो ये नाम तुहानूं सारिआं नूं वैसे याद ही होऊगा, पता ही होऊगा, ठीक है तुहानूं। सो ये भी अपना इंपॉर्टेंट क्वेश्चन बनता हुंदा वा, ठीक है। सो नैक्सट आ गया जी फस्ट वूमन टू रैसलर टू विन ओलंपिक मैडल। ओलंपिक दे विच रैसलर किने, किहड़ी रैसलर सी जिन्हें ओलंपिक दे विच मैडल जित्तिया वा, ठीक है? साक्षी मलिक, ठीक है। ये भी अपना थोड़ा जिहा आपां कह सकते हैं कि हाँ इंपॉर्टेंट क्वेश्चन बनता वा, ठीक है जी। सो नैक्सट करांगे आपां। सो जो आपां ओलंपिक करांगे उहदे विच आपां सारे मैडल्स वगैरह कर लांगे, इसलिए आपां इहदे विच ज़्यादा एक्सप्लेनेशन नहीं कर रहे, क्योंकि ना बाद विच तुहाडी वीडियो बहुत ही ज़्यादा लंबी हो जानी है। द फस्ट वूमन टू क्रॉस इंग्लिश चैनल। सो आप जिद्दां पहला मेल किया सी, आप पहली औरत होगी अपनी भारत की आरती साहा, ठीक है जी। नैक्सट करते हैं फस्ट वूमन टू पार्टिसिपेट इन ओलंपिक। ओलंपिक दे विच सब तो पहला भारत वालों किने पार्टी? एन पॉली ने, ठीक है। एन पॉली ने 1924 च टैनिस दे विच पार्टिसिपेट किया सी। नैक्सट करते हैं जी फस्ट वूमन चीफ इलैक्शन कमिश्नर ऑफ इंडिया। पहली चीफ इलैक्शन कमिश्नर कौन आ? VS रामा देवी। ये भी नाम तुसीं याद करना, ठीक है, वूमन आ। सो जिन्ने भी मैं तुहानूं ये करवा रहा ना, ये भारत का ही आ। अगर किसी के उत्ते ना तुहानूं भारत नहीं लिखिया दिखूगा इंडिया, तो यह मतलब यही समझना कि इंडिया की हुई आ, क्योंकि वर्ल्ड की आपां करनी आ जे, ठीक है। वर्ल्ड की एक क्लास, इस तो अगली क्लास आपां फस्ट मेल फीमेल सारा एक दे विच ही खत्म कर देना, ठीक है। नैक्सट करते हैं जी आपां
ਫਸਟ ਵੂਮੈਨ ਲੋਕ ਸਪੀਕਰ ਕੌਣ ਆ ਜੀ? ਫਸਟ ਵੂਮੈਨ ਮੀਰਾ ਕੁਮਾਰ, ਠੀਕ ਆ ਜੀ। 2009 ਦੇ ਵਿੱਚ ਇਹ ਬਣੀ ਸੀ। ਨੈਕਸਟ ਆ ਗਿਆ ਜੀ ਸਾਡਾ, ਸੋ ਵਿੰਬਲਡਨ ਕੱਪ ਜਿੱਤਣ ਵਾਲੀ ਪਹਿਲੀ ਆਪਣੀ ਭਾਰਤੀ ਮਹਿਲਾ ਕੌਣ ਆ ਜੀ? ਆਪਣੀ ਸਾਨੀਆ ਮਿਰਜ਼ਾ, ਠੀਕ ਆ। ਇਹਨਾਂ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਨੈਕਸਟ ਕਰਦੇ ਹਾਂ ਜੀ, ਫਸਟ ਮੂਵਮੈਂਟ ਟੂ ਗੋ ਟੂ ਸਪੇਸ, ਕਲਪਨਾ ਚਾਵਲਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਕਲਪਨਾ ਚਾਵਲਾ ਸਭ ਫਸਟ ਵੂਮਨ ਸੀ ਜਿਹੜੇ ਕਿ ਆਪਣੇ ਸਪੇਸ ਦੇ ਉੱਤੇ ਗਏ ਸੀ। ਇਹ 2 ਵਾਰੀ ਜਾ ਚੁੱਕੇ ਨੇ, ਠੀਕ ਆ। ਸੋ ਫਸਟ ਟਾਈਮ ਜਦੋਂ ਗਏ ਸੀ, ਇਹ ਇੱਕ ਨਾ ਕੁਐਸਚਨ ਹੋਰ ਬਣਦਾ ਇਹਦੇ ਵਿੱਚ ਨਾ ਇੱਕ ਕੁਐਸਚਨ ਬਣਦਾ ਹੁੰਦਾ ਕਿ ਉਹ ਆਪਣੇ ਕਿਹੜੇ ਮਤਲਬ ਸਪੇਸ ਪ੍ਰੋਗਰਾਮ ਦੇ ਤਹਿਤ ਗਏ ਸੀ ਜਦੋਂ ਪਹਿਲੀ ਵਾਰ ਇਹਨਾਂ ਨੇ ਗਏ ਸੀ, ਠੀਕ ਆ। 1997 ਦੇ ਵਿੱਚ ਇਹ ਗਈ ਸੀ, ਠੀਕ ਆ। 1997 ਤਾਂ ਇਹ ਵਾਲਾ ਕੁਐਸਚਨ ਸ਼ਾਇਦ ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਵਾ, ਠੀਕ ਆ। ਸਪੇਸ ਸ਼ਟਲ ਆਪਣੀ PYQ P++ 'ਚ ਰਿਪੀਟ ਹੋਇਆ, ਸਪੇਸ ਸ਼ਟਲ ਕੋਲੰਬੀਆ, ਠੀਕ ਆ ਜੀ। ਸਪੇਸ ਸ਼ਟਲ ਕੋਲੰਬੀਆ ਪ੍ਰੋਗਰਾਮ ਦੇ ਤਹਿਤ ਇਹ ਆਪਣੇ ਸਪੇਸ ਪ੍ਰੋਗਰਾਮ ਦੇ ਤਹਿਤ ਇਹ ਪਹਿਲੀ ਵਾਰ ਗਏ ਸੀ 1997 'ਚ, ਠੀਕ ਆ। ਸੋ ਤੁਸੀਂ ਨਾਮ ਯਾਦ ਕਰਨਾ, ਸਪੇਸ ਸ਼ਟਲ ਕੋਲੰਬੀਆ, ਇਹਨੂੰ ਨੋਟ ਕਰ ਲਓ, ਕੋਲੰਬੀਆ ਤੁਸੀਂ ਲਿਖ ਲੈਣਾ ਵਾ ਨਾਲ, ਠੀਕ ਆ। ਸੋ ਇਹ ਵੀ ਇੰਪੋਰਟੈਂਟ ਬਣਦਾ। ਤੇ ਦੂਸਰੀ ਵਾਰ ਕਦੋਂ ਗਏ ਸੀ ਇਹ? ਦੂਸਰੀ ਵਾਰ ਗਏ ਸੀ 2003 ਦੇ ਵਿੱਚ, ਠੀਕ ਆ। 2003 ਦੇ ਵਿੱਚ ਗਏ ਸੀ, ਜਦੋਂ ਕਿ ਇਹਨਾਂ ਦੀ ਬਾਅਦ ਵਿੱਚ ਉਸ ਟਾਈਮ ਦੇ ਉੱਤੇ ਇਹਨਾਂ ਦੀ ਮਤਲਬ ਮੌਤ ਹੋ ਗਈ ਸੀ, ਠੀਕ ਆ। ਸੋ ਡੈਥ ਹੋ ਗਈ ਸੀ ਉਹਨਾਂ ਦੀ ਇਸ ਸਪੇਸ ਪ੍ਰੋਗਰਾਮ ਦੇ ਤਹਿਤ ਹੀ, ਠੀਕ ਆ। ਸੋ ਇਹਦੇ ਵਿੱਚ ਇੱਕ ਹੋਰ ਕੁਐਸਚਨ, ਇਹਦੇ ਵਿੱਚ ਜ਼ਿਆਦਾਤਰ ਉਹ ਕਲਪਨਾ ਚਾਵਲਾ ਬਾਰੇ ਤੁਹਾਨੂੰ ਹੋਰ ਕੀ ਪੁੱਛ ਸਕਦੇ ਆ, ਵੱਧ ਤੋਂ ਵੱਧ ਉਹ ਤੁਹਾਨੂੰ ਹੋਰ ਇੱਕ ਪੁੱਛਣਗੇ ਕਿ ਉਹ ਕਿੱਥੋਂ ਸੰਬੰਧਿਤ ਸੀ, ਠੀਕ ਆ ਜੀ। ਸੋ ਇਹ ਸੀਗੇ ਕਰਨਾਲ ਹਰਿਆਣਾ ਤੋਂ ਸੰਬੰਧਿਤ ਸੀ, ਠੀਕ ਆ ਜੀ। ਕਰਨਾਲ ਹਰਿਆਣਾ ਤੋਂ ਸੰਬੰਧਿਤ ਸੀ। ਅਗਰ ਆਪਾਂ ਗੱਲ ਕਰੀਏ ਤਾਂ ਉਸ ਟਾਈਮ ਦੇ 1962 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਠੀਕ ਆ ਜੀ। ਸੋ ਉਸ ਟਾਈਮ ਦੇ ਉੱਤੇ ਜਿਹੜਾ ਕਰਨਾਲ ਆ, ਹੁਣ ਤਾਂ ਹਰਿਆਣਾ 'ਚ ਆ, ਉਸ ਟਾਈਮ ਦੇ ਉੱਤੇ ਕਰਨਾਲ ਈਸਟ ਪੰਜਾਬ ਸੀ, ਮਤਲਬ ਪੰਜਾਬ ਦਾ ਹੀ ਹਿੱਸਾ ਸੀ ਉਸ ਟਾਈਮ ਦੇ ਉੱਤੇ। ਬਾਅਦ ਵਿੱਚ ਆਪਾਂ ਦੇਖਿਆ ਸੀ ਨਾ 1966 ਦੇ ਵਿੱਚ ਤਾਂ ਹਰਿਆਣਾ ਨੂੰ ਅਲੱਗ ਹੋ ਗਿਆ ਸੀ, ਠੀਕ ਆ, ਅਲੱਗ ਸਟੇਟ ਬਣ ਗਈ ਸੀ। ਬਟ ਉਸ ਟਾਈਮ ਈਸਟ ਪੰਜਾਬ ਦਾ ਹੀ ਹਿੱਸਾ ਸੀਗਾ, ਆਪਣਾ ਪੰਜਾਬ ਦਾ ਹੀ ਹਿੱਸਾ ਸੀ ਮਤਲਬ ਉਸ ਟਾਈਮ। ਬਟ ਅਗਰ ਪੁੱਛੇ ਤਾਂ ਕਰਨਾਲ ਹੀ ਦੇ ਕੇ ਪੁੱਛਣਗੇ ਕਿੱਥੋਂ ਬਿਲੋਂਗ ਕਰਦਾ ਆ, ਕਰਨਾਲ ਤੋਂ, ਠੀਕ ਆ, ਅਗਰ ਕੁਐਸਚਨ ਆਊਗਾ ਤੁਹਾਨੂੰ, ਠੀਕ ਆ ਜੀ। ਸੋ ਇਹੀ ਆਪਣਾ ਬਣਦਾ ਵਾ, ਬਸ ਇਹਨਾਂ ਦੇ ਉੱਤੇ ਹੋਰ ਕੋਈ ਕੁਐਸਚਨ ਨਹੀਂ ਬਣੇਗਾ ਜ਼ਿਆਦਾ। तो फस्ट वूमन प्रेजिडेंट कौन है जी? प्रतिभा पाटिल। सो ये भी अपना थोड़ा जिहा इंपॉर्टेंट क्वेश्चन आप कह सकते हैं। 12वें प्रेजिडेंट सी ये, ठीक है जी, फस्ट वूमन प्रेजिडेंट ऑफ इंडिया। 12वें प्रेजिडेंट सी 2007 ਦੇ ਵਿੱਚ शायद, हाँ जी 7 ਦੇ ਵਿੱਚ। सो 12वें प्रेजिडेंट 2007 ਤੋਂ ਲੈ ਕੇ 12 ਤੱਕ ਇਹ प्रेजिडेंट बने सी, ठीक है। नैक्सट करते हैं, फस्ट वूमन फाइटर टू पायलट टू ਫਲਾਈ ਇਹ फाइटर जैट, ठीक है। फाइटर जैट उन्होंने पूछा अवनी चतुर्वेदी, ठीक है जी। अवनी चतुर्वेदी सी जिन्हों ने कि फाइटर प्लेन उड़ाया सी, ठीक है जी। सो एक क्वेश्चन हो रहा जिथे जिथे इत्थे तो आ गया फाइटर प्लेन, ठीक है। अगर तुहानू किते किते भी तुहानू आएगा ना, एक आएगा कि राफेल फाइटर, उन्हें थोड़ा टाइम पहला राफेल फाइटर उड़ाने वाले पहले अपनी महिला कौन आ? राफेल फाइटर उड़ाने वाली हैगी आ जी शिवानगी सिंह, ठीक है। शिवानगी सिंह राफेल फाइटर आ, ये फस्ट फ्लाई टू फाइटर जैट, ठीक है। सो जेकर आप फाइटर जैट की गल करिए, फाइटर जैट जेडे आप फाइटर जैट की गल, इहदा नाम सीगा मिग 21 नाम सी इन्हां दा, ठीक है। जिद्दां कि इहदा आपां कह सकदे हां, जिहड़ा मैं तुहानूं पहिलां कहा राफेल फाइटर जैट सी, सो इहदा सीगा मिग 21 सी, इन्हां ने 2018 दे विच उड़ाया सी। अवनी चतुर्वेदी की गल हो रही आ। सो शिवानी सिंह ने राफेल फाइटर जैट उड़ाया, बस, ठीक है, सिंपल। हुण 2 क्वेश्चन कवर हो गए तुहाडे इहदे च। फस्ट इंडियन नावल, सो जल सेना की पहली महिला पायलट कौन सी जी? अपने भारत की शुभांगी स्वरूप, ये भी तुसीं नाम याद करना वा, ठीक है। सो ये कोई दिक्कत वाली गल नहीं, जो तुसीं थोड़ा थोड़ा अगे करी जाओगे तो तुहानूं ये नाम याद होई जाणगे। फस्ट इंडियन टू विन गोल्ड मैडल इंटरनैशनल ट्रैक के उत्ते जितण वाली कौन सी? हीमा दास, ठीक है। सो इदां दे क्वेश्चन ही पेपर दे विच पुछे जांदे ने। सो सिंपल क्वेश्चन आ। सो फस्ट इंडियन वूमन फ्लाइट इंजीनियर कौन ने? हीना जैसवाल। नैक्सट, फस्ट फीमेल मिलिटरी डिप्लोमैट पोस्टेड इन इंडियन मशीनरी अब्रॉड विंग कमांडर, ठीक है, अंजलि सिंह। सो नैक्सट आ गया। सो ये ज़्यादा इंपॉर्टेंट नहीं बनते गए, सो इसलिए मैं ज़्यादा वो फोकस कर भी नहीं रहा। द फस्ट वूमन टू रिसीव ज्ञानपीठ अवार्ड, मतलब ज्ञानपीठ अवार्ड आ जिहड़ा वो प्राप्त करने वाली पहली वूमन कौन सी? आशा पूर्णा देवी, ठीक है जी। सो ये भी तुहाडा इंपॉर्टेंट बनता वा। जेकर तुहानूं आवे कि साहित्य अकैडमी अवार्ड प्राप्त करने वाली पहली वूमन कौन आ? ये ने अपने अमृता प्रीतम। अपनी साहित्य की क्लास देख लो, वो तो सारा क्लीयर होया। अमृता प्रीतम ने 1956 के वूमन, ठीक है जी, फस्ट वूमन 1956 इन्होंने मिलया सी। 1956 ईस्वी के इन्हों मिलया सी। अमृता प्रीतम की गल कर रहा मैं, ठीक है जी। सो 1956 सुनेहड़े नाम की एक इन्होंने पोएम लिखी सी, वो इन्होंने मिलया सी। नैक्सट करांगे। सो ये भी हो गया। हम अपना फस्ट वूमन टू रिसीव अशोक चक्कर किनू मिलया जी? नीरजा भनौट। ये भी पेपर च रिपीटेड क्वेश्चन आ, अशोक चक्कर। फस्ट वूमन डॉक्टर,
ठीक है जी। कादम्बनी गांगुली, ये भी कर लो जी। फर्स्ट टेस्ट ट्यूब बेबी आ कौन आ जी? दुर्गा, ठीक है जी, दुर्गा कन्यापुरिया अग्रवाल। सो ये अपनी 1978 ਦੇ ਵਿੱਚ, ठीक है। सो ये ਸੀਗਾ ਥੋੜੇ ਜਿਹੇ ਇੰਪੋਰਟੈਂਟ ਆਪਣੇ ਸਟੈਟਿਕ ਜੀਕੇ ਦੇ ਫਸਟ ਫੀਮੇਲ। ਵੈਸੇ ਤਾਂ ਬਹੁਤ ਜ਼ਿਆਦਾ ਬਣ ਜਾਂਦੇ ਨੇ ਅਗਰ ਆਪਾਂ ਕਰਨ ਬੈਠੀਏ ਤਾਂ, ਇਹ ਵਾਲੇ ਮੋਸਟ ਇੰਪੋਰਟੈਂਟ ਨੇ ਜਿਹੜੇ ਕਿ ਪੇਪਰ ਦੇ ਵਿੱਚ ਰਿਪੀਟ ਹੁੰਦੇ ਨੇ ਜਾਂ ਰਿਪੀਟ ਹੋਣ ਦੀ ਸੰਭਾਵਨਾ ਹੁੰਦੀ ਆ। ਸੋ ਉਹੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ, ਠੀਕ ਆ। ਸੋ ਹੁਣ ਆਪਾਂ ਥੋੜ੍ਹੇ ਜਿਹੇ ਇੱਦਾਂ ਦੇ ਕੁਝ ਹੋਰ ਮਹੱਤਵਪੂਰਨ ਕਰਾਂਗੇ ਜਿਹੜੇ ਕਿ ਇੰਡੀਆ ਦੇ ਵਿੱਚ ਹੋਈਆਂ ਨੇ ਖੋਜਾਂ, ਜਿਵੇਂ ਸਭ ਤੋਂ ਪਹਿਲੀ ਵਾਰ ਕਿਹੜੀ ਚੀਜ਼ ਬਣੀ। ਸੋ ਵੈਸੇ ਆਪਾਂ ਇਹ ਅਲੱਗ ਤੋਂ ਵੀ ਕਰਾਂਗੇ, ਜਿੱਦਾਂ ਕਿ ਆ ਫਿਲਮ ਦੇ ਉੱਤੇ ਮੈਂ ਦਿੱਤਾ ਹੋਇਆ ਜਾਂ ਬੈਂਕਿੰਗ ਦੇ ਉੱਤੇ ਦਿੱਤਾ ਹੋਇਆ, ਇਹਦੇ ਵਿੱਚ ਆਪਾਂ ਅਲੱਗ ਕਲਾਸਾਂ ਲਗਾਵਾਂਗੇ। ਸੋ ਇੱਕ ਛੋਟਾ ਜਿਹਾ ਓਵਰਵਿਊ ਮੈਂ ਤੁਹਾਨੂੰ ਦੇ ਦਿੰਦਾ ਵਾਂ ਜਿਹੜੇ ਕਿ ਜ਼ਿਆਦਾਤਰ ਪੇਪਰ ਦੇ ਵਿੱਚ ਰਿਪੀਟਡ ਹੁੰਦੀਆਂ ਨੇ, ਠੀਕ ਆ। ਸੋ ਸ਼ੁਰੂ ਕਰਦੇ ਹਾਂ ਜੀ ਹੁਣ ਆਪਣੀਆਂ। ਦੇਖੋ ਜੀ, ਫਸਟ ਟੈਲੀਗ੍ਰਾਫ ਲਾਈਨ, ਟੈਲੀਫੋਨ ਲਾਈਨ ਨਾਲ ਜਿਹੜੀ ਟੈਲੀਫੋਨ ਲਾਈਨ ਮਤਲਬ ਫਸਟ ਇਲੈਕਟ੍ਰਿਕ ਟੈਲੀਗ੍ਰਾਫ ਲਾਈਨ ਵੀ ਪੁੱਛ ਸਕਦੇ ਨੇ ਉਹ, ਠੀਕ ਆ। ਇੰਡੀਆ ਦੇ ਵਿੱਚ ਕਦੋਂ ਸ਼ੁਰੂ ਹੋਈ ਸੀ? 1851 ਈਸਵੀ ਵਿੱਚ ਸ਼ੁਰੂ ਹੋਈ ਸੀ। ਸੋ ਇੰਪੋਰਟੈਂਟ ਬਣਦਾ ਕਲਕੱਤਾ ਟੂ, ਸੋ ਬ੍ਰਿਟਿਸ਼ਰਾਂ ਨੇ ਚਲਾਈ ਸੀ ਇਹ ਆਪਦੇ ਯੂਜ਼ਲੀ। ਕਲਕੱਤਾ ਟੂ ਇੱਕ ਸੀਗਾ ਆਪਣਾ ਹਾਰਬਰ ਨਾਮ ਕਰਕੇ ਸੀਗਾ, ਠੀਕ ਆ। ਸੋ ਮੈਨੂੰ ਇਹਦਾ ਨਾਮ ਚੰਗੀ ਤਰ੍ਹਾਂ ਯਾਦ ਨਹੀਂ ਆ ਰਿਹਾ, ਠੀਕ ਆ। ਡਾਇਮੰਡ ਹਾਰਬਰ, ਕਲਕੱਤਾ ਟੂ ਡਾਇਮੰਡ ਹਾਰਬਰ ਕਰਕੇ ਇੱਥੇ ਇਹ ਟੈਲੀਗ੍ਰਾਫ ਲਾਈਨ ਸ਼ੁਰੂ ਹੋਈ ਸੀ, ਠੀਕ ਆ। ਸੋ ਇੰਪੋਰਟੈਂਟ ਬਣਦਾ 1851 ਦੇ ਵਿੱਚ ਸ਼ੁਰੂ ਹੋਈ ਸੀ, ਯਾਦ ਰੱਖਣਾ ਮੈਂ ਤੁਸੀਂ। ਹੁਣ ਪੇਪਰ 'ਚ ਨਾ ਇੱਕ ਹੋਰ ਕੁਐਸਚਨ ਆਉਂਦਾ ਹੁੰਦਾ, ਫਸਟ ਰੇਲਵੇ ਕਦੋਂ ਸ਼ੁਰੂ ਹੋਈ ਸੀ? ਫਸਟ ਰੇਲਵੇ ਕਦੋਂ ਸ਼ੁਰੂ ਹੋਈ ਸੀ? 1953 ਦੇ ਵਿੱਚ ਹੋਈ ਸੀ ਫਸਟ ਰੇਲਵੇ ਇੰਡੀਆ ਦੇ ਵਿੱਚ। ਬੰਬੇ ਤੋਂ ਲੈ ਕੇ ਥਾਣੇ ਤੱਕ ਸੀਗੀ ਇਹਨਾਂ ਦੀ, ਠੀਕ ਹੈ। ਬੰਬੇ ਤੋਂ ਥਾਣੇ ਤੱਕ ਦੀ ਦੂਰੀ ਸੀ। ਕਈ ਵਾਰ ਪੁੱਛ ਲੈਣਗੇ ਕਿੱਥੋਂ ਤੋਂ ਕਿੱਥੋਂ ਦੀ ਦੂਰੀ ਸੀ, ਠੀਕ ਆ। ਫਸਟ ਰੇਲਵੇ ਆਪਣੀ ਕਦੋਂ ਹੋਈ ਸੀ? ਫਸਟ ਰੇਲਵੇ ਲਾਈਨ ਆਪਣੀ ਰੇਲਵੇ ਸਟਾਰਟ ਹੋਈ ਸੀ 1853 ਸੌਰੀ, ਠੀਕ ਆ। 1900 ਮੇਰੇ ਤੋਂ ਗਲਤੀ ਨਾਲ ਪੈ ਗਿਆ, 1 ਮਿੰਟ ਦੇਣਾ ਜੀ। 1953 'ਚ ਤਾਂ ਭਾਰਤ ਆਜ਼ਾਦੀ ਹੋ ਗਿਆ ਸੀ। ਸੋ 1853 'ਚ ਹੋਈ ਸੀ, ਮਤਲਬ 1851 'ਚ ਆਪਣੀ ਟੈਲੀਫੋਨ ਲਾਈਨ ਆਈ। ਉਸ ਤੋਂ 2 ਸਾਲ ਬਾਅਦ ਆਪਣੀ ਇਹਨਾਂ ਨੇ ਰੇਲਵੇ ਦੀ ਸਥਾਪਨਾ ਕਰਤੀ ਸੀ, ਠੀਕ ਆ। 1853 ਦੇ ਵਿੱਚ ਬੰਬੇ ਤੋਂ ਥਾਣੇ ਤੋਂ ਇਹਦੀ ਦੂਰੀ ਸ਼ਾਇਦ 32 ਕਿਲੋਮੀਟਰ ਸੀ, ਮਤਲਬ ਇੰਨੀ ਕੁ ਦੂਰੀ ਸੀਗੀ ਜਿਹੜੀ ਪਹਿਲੀ ਰੇਲਵੇ ਲਾਈਨ ਚਲਾਈ ਸੀ। ਨੈਕਸਟ ਕਰਦੇ ਹਾਂ ਜੀ। ਪਹਿਲੀ ਟਾਕੀ ਫਿਲਮ ਕਿਹੜੀ ਆ ਜੀ? ਟਾਕੀ ਫਿਲਮ ਮਤਲਬ ਬੋਲਣ ਵਾਲੀ ਫਿਲਮ ਹੁੰਦੀ ਆ, ਠੀਕ ਆ। ਪਹਿਲਾਂ ਆਪਾਂ ਪੜ੍ਹਿਆ ਸੀ ਨਾ ਆਪਾਂ ਕਈ ਸਾਇਲੈਂਟ ਫਿਲਮਾਂ ਬਣਦੀਆਂ ਹੁੰਦੀਆਂ ਨੇ। ਸੋ 1931 ਦੇ ਵਿੱਚ ਟਾਕੀ ਫਿਲਮ ਬਣੀ ਸੀ ਆਲਮਾਰਾ, ਠੀਕ ਆ। ਸੋ ਇਹ ਵੀ ਤੁਸੀਂ ਯਾਦ ਕਰਨਾ ਵਾ। ਸੋ ਇੰਪੋਰਟੈਂਟ ਕੁਐਸਚਨ ਬਣਦਾ, ਇਹ ਪੇਪਰ ਦੇ ਵਿੱਚ ਰਿਪੀਟ ਹੋਣ ਵਾਲੇ ਕੁਐਸਚਨ ਆ। ਬਾਕੀ ਜਦੋਂ ਆਪਾਂ ਫਿਲਮ ਦਾ ਟੌਪਿਕ ਕਰਾਂਗੇ ਤਾਂ ਉਹਦੇ ਵਿੱਚ ਵੀ ਆਪਣੀ ਇਹ ਹੋ ਜਾਏਗੀ। ਸੋ ਜਿਹੜੀ ਸਾਇਲੈਂਟ ਫਿਲਮ ਸੀ ਨਾ, ਜਿਹੜੀ ਆਪਣੀ ਫਸਟ ਫੀਚਰ ਫਿਲਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਆ, ਉਹ 1913 ਦੇ ਵਿੱਚ ਬਣੀ ਸੀ। ਸੌਰੀ 1 ਮਿੰਟ ਦੇਣਾ ਜੀ। 1913 ਈਸਵੀ ਦੇ ਵਿੱਚ ਉਹ ਬਣੀ ਸੀ ਆਪਣੀ ਰਾਜਾ ਹਰੀਸ਼ ਚੰਦਰ। ਇਹਦੇ ਤੇ ਪੇਪਰ ਦੇ ਵਿੱਚ ਕੁਐਸਚਨ ਬਣ ਚੁੱਕਿਆ, ਠੀਕ ਆ। ਇਹ ਸਾਇਲੈਂਟ ਫਿਲਮ ਸੀਗੀ, ਠੀਕ ਆ। 1913 ਦੇ ਵਿੱਚ ਇੱਕ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ ਜੀ ਫਿਲਮ ਦੇ ਉੱਤੇ। ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਦਿੰਦਾ, ਠੀਕ ਆ। ਹੁਣ ਜੇਕਰ ਆਪਾਂ ਨੂੰ ਕੁਐਸਚਨ ਆਵੇ ਕਿ ਪਹਿਲੀ ਕਲਰ ਫਿਲਮ ਕਿਹੜੀ ਸੀ, ਕਿਉਂਕਿ ਪਹਿਲਾਂ ਬਲੈਕ ਐਂਡ ਵਾਈਟ ਫਿਲਮਾਂ ਬਣਦੀਆਂ ਹੁੰਦੀਆਂ ਸੀ। ਸੋ ਪਹਿਲੀ ਕਲਰ ਫਿਲਮ ਬਣੀ ਸੀ ਜੀ ਕਿਸ਼ਨ ਕਨ੍ਹਈਆ। ਕਿਹੜੀ? ਕਿਸ਼ਨ ਕਨ੍ਹਈਆ ਫਿਲਮ ਬਣੀ ਸੀ ਪਹਿਲੀ ਕਲਰ ਫਿਲਮ। ਸੋ ਇਹ ਵੀ ਤੁਸੀਂ ਨਾਮ ਯਾਦ ਕਰਨਾ, 1937 ਦੇ ਵਿੱਚ ਬਣੀ ਸੀ, ਠੀਕ ਆ। ਹੁਣ ਕਲਰ ਫਿਲਮ ਵੀ ਹੋ ਗਈ। ਨੈਕਸਟ ਮੈਂ ਤੁਹਾਨੂੰ ਦੱਸਦਾ ਕਿ ਅਗਲੀ ਫਿਲਮ ਕਿਹੜੀ ਸੀਗੀ ਆਪਣੀ। ਨੈਕਸਟ ਹੁਣੇ ਰੀਸੈਂਟਲੀ ਪੇਪਰ ਦੇ ਵਿੱਚ ਰਿਪੀਟ ਵੀ ਹੋਇਆ ਵਾ ਇਹ ਕੁਐਸਚਨ। ਹਾਂਜੀ, ਫਸਟ 70 mm ਜਿਹੜੇ ਪਰਦੇ ਵਾਲੀ ਫਿਲਮ ਸੀਗੀ, ਠੀਕ ਆ। ਸੋ ਉਹ ਵਾਲੀ ਫਿਲਮ ਕਿਹੜੀ ਸੀ ਆਪਣੀ? ਉਹ 70 mm ਫਿਲਮ ਉਹ ਸੀਗੀ ਜੀ ਆਪਣੀ ਅਰਾਊਂਡ ਦੀ ਵਰਲਡ, ਠੀਕ ਆ ਜੀ। ਅਰਾਊਂਡ ਦੀ ਵਰਲਡ ਆਪਣੀ ਸੀਗੀ ਇਹ ਫਿਲਮ। ਸੋ ਇਹ ਵਾਲਾ ਪੇਪਰ ਹੁਣੇ ਰੀਸੈਂਟਲੀ ਸ਼ਾਇਦ ਜੇਲ੍ਹ ਵਾਰਡਨ ਦੇ ਵਿੱਚ ਜਾਂ PSSB ਮੇਰੇ ਅਕੋਰਡਿੰਗ ਕਲਰਕ ਦੇ ਵਿੱਚ ਹੀ ਰਿਪੀਟ। ਹਾਂਜੀ, PSSB ਕਲਰਕ ਦੇ ਵਿੱਚ ਇਹ ਪੇਪਰ ਕੁਐਸਚਨ ਰਿਪੀਟ ਹੋ ਗਿਆ। 1937 'ਚ ਆਈ ਸੀ ਇਹ ਅਰਾਊਂਡ ਦੀ ਵਰਲਡ, ਠੀਕ ਆ। ਸੋ ਇਹ ਪਹਿਲੀ ਆਪਣੀ 70 mm ਫਿਲਮ ਸੀ, ਠੀਕ ਆ। ਸੋ ਹੁਣ ਸਾਡਾ ਸਾਰਾ ਆਲਮੋਸਟ ਕਵਰ ਹੋ ਗਿਆ। ਸੋ ਪੇਪਰ 'ਚ ਸਟੈਟਿਕ ਜੀਕੇ ਦੇ ਕੁਐਸਚਨ ਇਹ ਬਣਦੇ ਨੇ। ਵੈਸੇ ਜਦੋਂ ਆਪਾਂ ਫਿਲਮ ਦਾ ਟੌਪਿਕ ਮੈਂ ਤੁਹਾਨੂੰ ਕਿਹਾ ਕਰਾਂਗੇ, ਉਹਦੇ ਵਿੱਚ ਆਪਾਂ ਇਹ ਅਲੱਗ ਤੋਂ ਵੀ ਕਰਾਂਗੇ। ਸੋ ਫਸਟ ਬੈਂਕ, ਪਹਿਲੀ ਬੈਂਕ ਕਿਹੜੀ ਆ ਜੀ? ਬੈਂਕ ਆਫ ਹਿੰਦੁਸਤਾਨ, ਠੀਕ ਆ ਜੀ। 1770 ਦੇ ਵਿੱਚ ਚੱਲੀ ਸੀ ਅੰਗਰੇਜ਼ਾਂ ਵੱਲੋਂ, ਠੀਕ ਆ ਜੀ। ਫਸਟ ਜਨਰਲ ਪੋਸਟ ਆਫਿਸ ਆਫ ਇੰਡੀਆ ਮਦਰਾਸ, ਠੀਕ ਆ। GPO 1786, ਠੀਕ ਆ। ਇੱਥੇ ਬਣਿਆ ਸੀ ਮਦਰਾਸ ਦੇ ਵਿੱਚ। ਨੈਕਸਟ ਆ ਗਿਆ ਜੀ ਆਪਣਾ, 1 ਮਿੰਟ ਦੇਣਾ ਜੀ। ਸੋ ਆਪਾਂ ਮੂਵਮੈਂਟ ਕਰ ਚੁੱਕੇ ਹਾਂ। ਹੁਣ ਆਪਾਂ ਹੈਗੇ ਆ ਇਹਦੇ ਤੇ। ਦੇਖੋ ਜੀ, ਹੁਣ ਆਹ ਵਾਲਾ ਕੁਐਸਚਨ ਦੇਖੋ ਜੀ। ਆਹ ਕੁਐਸਚਨ ਬਹੁਤ ਆਪਣਾ ਇੰਪੋਰਟੈਂਟ। ਇਹ ਵਾਲਾ ਨਹੀਂ, ਇਹ ਵਾਲਾ ਤਾਂ ਨਾਰਮਲ ਕੁਐਸਚਨ ਹੈ। ਇੰਡੀਆ ਦਾ ਪਹਿਲਾ ਪਲੇਨ ਜਿਹੜਾ ਕਿ ਹਾਈਜੈਕ ਹੋਇਆ ਸੀ, ਫੋਕਰ ਫਰੈਂਡਸ਼ਿਪ ਪਲੇਨ 1971 'ਚ ਹਾਈਜੈਕ ਹੋਇਆ ਸੀ। ਫਸਟ ਬੈਟਲ ਟੈਂਕ ਪੁੱਛ ਲੈਣਗੇ ਪਹਿਲੀ ਵਾਰ, ਠੀਕ ਆ। ਪਹਿਲਾ ਜੰਗੀ ਟੈਂਕ ਕਿਹੜਾ ਸੀ ਜੀ ਆਪਣਾ? ਅਰਜੁਨ। ਇਹ ਇੰਪੋਰਟੈਂਟ ਬਣਦਾ ਵਾ, ਠੀਕ ਆ। ਹੁਣ ਆਹ ਵਾਲਾ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਕਿ ਪਹਿਲਾ ਸੈਟੇਲਾਈਟ ਇੰਡੀਆ ਦਾ ਕਿਹੜਾ ਸੀ? ਆਰੀਆ ਭੱਟ। ਹੁਣ ਦੇਖੋ, ਉਹਨਾਂ ਨੇ ਤੁਹਾਨੂੰ PSSB ਕਲਰਕ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਕਿ ਜਿਹੜਾ ਆਪਣਾ ਪਹਿਲਾ ਸੈਟੇਲਾਈਟ ਆਪਣਾ ਆਰੀਆ ਭੱਟ ਸੀ ਉਹ ਕਦੋਂ ਲਾਂਚ ਹੋਇਆ ਸੀ? 1975। ਮੋਸਟ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਪੇਪਰ 'ਚ ਰਿਪੀਟ ਹੁੰਦਾ ਹੈ। ਫਸਟ ਇੰਡੀਅਨ ਸਟੇਟ ਜਿਹਨੂੰ ਕਿ ਇੰਪਲੀਮੈਂਟ ਕੀਤਾ ਸੀ ਪੰਚਾਇਤੀ ਰਾਜ ਸਿਸਟਮ, ਰਾਜਸਥਾਨ।
ਇਹ ਵੀ ਬਹੁਤ ਇੰਪੋਰਟੈਂਟ ਬਣਦਾ ਜਦੋਂ ਆਪਾਂ ਪੋਲਿਟੀ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਕਰਾਂਗੇ। ਇਸ ਤੋਂ 2 ਕਲਾਸਾਂ ਤੋਂ ਬਾਅਦ ਆਪਣੀਆਂ ਪੋਲਿਟੀ ਦੀਆਂ 21 ਕਲਾਸਾਂ ਹੋ ਚੁੱਕੀਆਂ ਨੇ। ਸੋ ਇਸ ਤੋਂ ਬਾਅਦ ਆਪਾਂ ਪੰਚਾਇਤੀ ਰਾਜ ਸਿਸਟਮ, ਮਿਊਨਿਸਪਲ ਸਿਸਟਮ ਤੇ ਕੋਆਪਰੇਟਿਵ ਸੁਸਾਇਟੀ ਹੀ ਕਰਨਾ ਵਾ, ਠੀਕ ਆ। ਸੋ ਸਟੇਟ ਲੈਜਿਸਲੇਚਰ ਆਪਣਾ ਨਿਬੜ ਜਵੇ ਇੱਕ ਵਾਰ। ਸੋ ਇੰਪਲੀਮੈਂਟ ਜਿਹਨੇ ਪੰਚਾਇਤੀ ਰਾਜ ਸਿਸਟਮ ਕੀਤਾ ਸੀ, ਰਾਜਸਥਾਨ ਨੇ ਕੀਤਾ ਸੀ। ਕਦੋਂ ਕੀਤਾ ਸੀ ਜੀ ਇਹਨਾਂ ਨੇ ਕੀਤਾ ਸੀ 1959 ਦੇ ਵਿੱਚ, 2 ਅਕਤੂਬਰ 1959 ਦੇ ਵਿੱਚ ਇੰਪਲੀਮੈਂਟ ਕੀਤਾ ਸੀ ਇਹਨਾਂ ਨੇ। 2 ਅਕਤੂਬਰ 1959। ਕਈ ਵਾਰ ਨਾ ਇਹ ਮਤਲਬ ਆਪਾਂ ਨੂੰ ਈਅਰ ਵੀ ਪੁੱਛ ਲੈਂਦੇ ਆ ਕਿਉਂਕਿ ਇਹ ਇੰਪੋਰਟੈਂਟ ਬਣਦਾ ਵਾ, ਠੀਕ ਆ। ਸੋ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਕਿਹਦੀ ਰਿਕਮੈਂਡੇਸ਼ਨ ਦੇ ਉੱਤੇ ਇਹ ਹੋਇਆ ਸੀ? ਸੋ ਇੱਕ ਮੈਂ ਤੁਹਾਨੂੰ ਹੋਰ ਕੁਐਸਚਨ ਦੱਸਦਾ ਮੈਂ, ਬਲਵੰਤ ਰਾਏ ਦੀ ਰਿਕਮੈਂਡੇਸ਼ਨ ਤੇ ਹੋਇਆ ਸੀ। ਸੋ ਵੈਸੇ ਜਿਹੜੇ ਪੰਚਾਇਤੀ ਰਾਜ ਸਿਸਟਮ ਸੀ ਨਾ, ਇਹ ਕਾਫੀ ਹੱਦ ਤੱਕ ਅਗਰ ਆਪਾਂ ਗੱਲ ਕਰੀਏ ਬਹੁਤ ਇੰਪੋਰਟੈਂਟ ਟੌਪਿਕ ਬਣਦਾ। ਇਹਦੇ ਵਿੱਚ ਕਾਫੀ ਸਾਰੀਆਂ ਕਮੇਟੀਆਂ ਆਈਆਂ ਸੀ, ਬਟ ਜੇਕਰ ਇਹ ਪੁੱਛਣਗੇ ਤਾਂ ਤੁਹਾਨੂੰ ਬਲਵੰਤ ਰਾਏ ਮਹਿਤਾ ਤੁਸੀਂ ਲਾਉਣਾ ਵਾ। ਸੋ ਨੈਕਸਟ ਮੈਂ ਤੁਹਾਨੂੰ ਦੱਸਦਾ ਕਿ ਇਹਦੀ ਸਿਸਟਮੈਟਿਕ ਵਾਈਜ਼ ਵੀ ਕਈ ਵਾਰ ਪੁੱਛ ਲੈਂਦੇ ਆ ਕਿ 1956 'ਚ ਕਿਹੜੀ ਆਈ ਸੀ, 1992 'ਚ ਕਿਹੜੀ ਆਈ ਸੀ, 1966 'ਚ, ਇਦਾਂ ਵੀ ਪੁੱਛ ਲੈਂਦੇ ਨੇ ਉਹ ਆਪਾਂ ਜਦੋਂ ਉਹਦੇ ਵਿੱਚ ਕਰਾਂਗੇ ਉਦੋਂ ਕਰਾਂਗੇ, ਕਿਉਂਕਿ ਜਦੋਂ ਨਾ ਇੱਕ ਅਮੈਂਡਮੈਂਟ ਹੋਈ ਸੀ ਉਸ ਤੋਂ ਬਾਅਦ 73rd ਅਮੈਂਡਮੈਂਟ ਸਿਸਟਮ ਆਇਆ ਸੀਗਾ 1992 ਦੇ ਵਿੱਚ, ਜਿਹਦੇ ਤਹਿਤ ਕਿ ਪੰਚਾਇਤੀ ਰਾਜ ਸਿਸਟਮ ਦਾ ਆਪਣਾ ਇਨੈਗੂਰੇਟ ਹੋਇਆ ਸੀ, ਠੀਕ ਹੈ ਜੀ। ਸੋ ਇਹ ਵੀ ਆਪਾਂ ਕੰਪਲੀਟ ਆਪਾਂ ਕਰ ਦਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਸੋ ਸਾਰਾ ਆਪਾਂ ਜਦੋਂ ਪੋਲਿਟੀ ਦੇ ਵਿੱਚ ਕਰਾਂਗੇ, ਠੀਕ ਆ। ਸੋ ਇਹ ਸਟੈਟਿਕ ਜੀਕੇ ਦੀ ਕਲਾਸ ਆ, ਇਹਦੇ ਵਿੱਚ ਜਸਟ ਆਪਾਂ ਫੈਕਟ ਕਰ ਰਹੇ ਹਾਂ। ਫਸਟ ਇੰਡੀਅਨ ਟੂ ਵਿਨ ਇੰਡੀਵਿਜੂਅਲ ਓਲੰਪਿਕ ਗੋਲਡ, ਬਹੁਤ ਇੰਪੋਰਟੈਂਟ ਬਣਦਾ। ਅਭਿਨਵ ਬਿੰਦਰਾ ਨੇ ਜਿੱਤਿਆ ਸੀਗਾ, ਜਿਹੜਾ ਕਿ ਇੰਡੀਵਿਜੂਅਲੀ ਆਪਣਾ ਜਿੱਤਿਆ ਸੀ, ਠੀਕ ਆ। ਕਦੋਂ ਜਿੱਤਿਆ ਸੀ? 2008 ਦੇ ਵਿੱਚ ਨਾ ਬੀਜ਼ਲਿੰਗ ਦੇ ਵਿੱਚ ਹੋਇਆ ਸੀ, ਬੀਜ਼ਿੰਗ ਦੇ ਵਿੱਚ ਹੋਇਆ ਸੀ। ਸੋ ਬੀਜ਼ਿੰਗ ਦੇ ਵਿੱਚ ਹੋਇਆ ਸੀ 2008 ਦੇ ਵਿੱਚ ਇਹਨਾਂ ਨੇ ਗੋਲਡ ਜਿੱਤਿਆ ਸੀ। ਇਹ ਪਹਿਲੇ ਭਾਰਤੀ ਸੀਗੇ ਜਿਨ੍ਹਾਂ ਨੇ ਕਿ ਆਪਣਾ ਓਲੰਪਿਕ ਦੇ ਵਿੱਚ ਗੋਲਡ ਜਿੱਤਿਆ ਸੀ ਇੰਡੀਵਿਜੂਅਲ ਤੌਰ ਤੇ, ਠੀਕ ਆ। ਐਜ਼ ਏ ਟੀਮ ਨੇ ਇੰਡੀਵਿਜੂਅਲ ਤੌਰ ਤੇ। ਸ਼ੂਟਰ ਨੇ ਇਹ ਜੀ ਆਪਣੇ, ਤੁਸੀਂ ਸਾਰੇ ਜਾਣਦੇ ਹੋਵੋਗੇ, ਸ਼ੂਟਰ ਨੇ ਇਹ ਆਪਣੇ, ਠੀਕ ਆ ਜੀ, ਭਾਰਤ ਦੇ। ਸੋ ਰਾਈਫਲ ਸ਼ੂਟਰ ਤਾਂ ਇੱਕ ਇਹ ਹੋ ਗਿਆ। ਹੁਣ ਆਪਣਾ 2021 ਵਾਲਾ ਤਾਂ ਆਪਾਂ ਤੁਹਾਨੂੰ ਸਭ ਨੂੰ ਵੀ ਪਤਾ ਹੋਊਗਾ ਕਿ 2021 ਦੇ ਵਿੱਚ ਆਪਣਾ ਨੀਰਜ ਚੋਪੜਾ ਨੇ ਦੂਜੇ ਵਿਅਕਤੀ ਸੀ ਜਿਨ੍ਹਾਂ ਨੇ ਕਿ ਜੈਵਲਨ ਥਰੋ ਦੇ ਵਿੱਚ ਗੋਲਡ ਜਿੱਤਿਆ। ਸੋ ਇਹੀ 2 ਪਰਸਨ ਨੇ ਮੇਲ ਜਿਨ੍ਹਾਂ ਨੂੰ ਕਿ ਗੋਲਡ ਮਿਲਿਆ ਵਾ ਅਜੇ ਤੱਕ ਆਪਣੇ ਭਾਰਤ ਦੇ ਲਈ, ਠੀਕ ਆ ਜੀ। ਸੋ ਇੰਡੀਵਿਜੂਅਲ ਤੌਰ ਦੇ ਉੱਤੇ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਓਲੰਪਿਕ ਦੇ ਵਿੱਚ ਵੀ ਆਪਣਾ ਕਵਰ ਹੋ ਜਾਊਗਾ। ਨੈਕਸਟ, ਫਸਟ ਲੂਨਰ ਪ੍ਰੋਬ ਕਿਹੜਾ ਵਾ ਸੀਗਾ? ਪਹਿਲੀ ਚੰਦਰਯਾਨ ਜਾਂਚ ਕਦੋਂ ਹੋਈ ਸੀ? ਚੰਦਰਯਾਨ 1 ਅਕਤੂਬਰ 2008 'ਚ ਹੋਈ ਸੀ। ਨੈਕਸਟ, ਫਸਟ ਡੈਡੀਕੇਟਡ ਮਿਲਟਰੀ ਸੈਟੇਲਾਈਟ ਕਿਹੜਾ ਸੀ? ਰੁਕਮਣੀ, ਠੀਕ ਆ ਜੀ। ਫਸਟ ਮਾਰਸ ਔਰਬੀਰੇਟਰ ਮਿਸ਼ਨ 5 ਨਵੰਬਰ 2013 ਨੂੰ ਪਹਿਲਾ ਚੰਦਰਮਾ ਦਾ ਔਰਬੀਰੇਟਰ ਮਿਸ਼ਨ ਹੋਇਆ ਸੀ, ਠੀਕ ਆ ਆਪਣਾ। ਫਸਟ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਇੰਫਾਲ, ਠੀਕ ਆ ਜੀ। ਫਸਟ ਸੈਂਟਰਲ ਸੋ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਇੰਫਾਲ। ਜੇਕਰ ਆਪਾਂ ਨੂੰ ਪੇਪਰ 'ਚ ਕੁਐਸਚਨ ਆਵੇ ਕਿ ਇੰਡੀਆ ਦੀ ਫਸਟ ਐਗਰੀਕਲਚਰ ਯੂਨੀਵਰਸਿਟੀ ਕਿਹੜੀ ਆ? ਸੋ ਫਸਟ ਐਗਰੀਕਲਚਰ ਯੂਨੀਵਰਸਿਟੀ ਹੋਊਗੀ ਆਪਣੀ GB ਪੰਤ, ਗੋਬਿੰਦ ਬੱਲਭ ਪੰਤ, GB ਪੰਤ ਯੂਨੀਵਰਸਿਟੀ ਪੰਤਨਗਰ, ਠੀਕ ਆ ਜੀ। ਸੋ ਪੰਤਨਗਰ ਆ, ਠੀਕ ਆ। ਉਸ ਟਾਈਮ ਦੇ ਉੱਤੇ ਇਹ ਜਿਹੜੀ ਆਪਣਾ ਪੰਤਨਗਰ ਸੀ ਇਹ ਯੂਪੀ ਦਾ ਪਾਰਟ ਸੀ, ਠੀਕ ਆ। ਹੁਣ ਫਿਲਹਾਲ ਉੱਤਰਾਖੰਡ ਦਾ ਪਾਰਟ ਆ, ਠੀਕ ਆ ਜੀ। ਸੋ ਫਿਲਹਾਲ ਉਹ ਤੁਹਾਨੂੰ ਸਿਰਫ ਇਹੀ ਪੁੱਛਣਗੇ ਫਸਟ ਐਗਰੀਕਲਚਰ ਯੂਨੀਵਰਸਿਟੀ ਦੱਸੋ ਇੰਡੀਆ ਦੀ। ਭਾਰਤ ਦੀ ਐਗਰੀਕਲਚਰ ਯੂਨੀਵਰਸਿਟੀ ਜੇ ਉਹਨਾਂ ਨੇ ਪੁੱਛ ਲਿਆ ਤਾਂ ਤੁਸੀਂ GB ਪੰਤ ਯੂਨੀਵਰਸਿਟੀ ਲਾਉਣੀ ਆ। ਜੇਕਰ ਉਹ ਪੁੱਛ ਲੈਣਗੇ, ਇੱਕ ਨਾ ਕੌਨਸਟੀਟਿਊਸ਼ਨ ਦੇ ਵਿੱਚ ਆਪਣੀ 1992 ਐਕਟ ਆਇਆ ਸੀ, 1992 ਦੇ ਵਿੱਚ ਨਾ ਇਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਐਕਟ ਲੈ ਕੇ ਆਏ ਸੀ ਇਹ ਆਪਣੇ ਪਾਰਲੀਮੈਂਟ ਦੇ ਵਿੱਚ, ਕੌਨਸਟੀਟਿਊਸ਼ਨਲੀ। ਸੋ 1992 ਦੇ ਵਿੱਚ ਤਹਿਤ ਆਹ ਵਾਲੀ 1993 ਦੇ ਵਿੱਚ ਐਕਟ ਦੇ ਤਹਿਤ 1993 ਦੇ ਵਿੱਚ ਇਹ ਵਾਲੀ ਜਿਹੜੀ ਆਪਣੀ ਸੀਗੀ, ਠੀਕ ਆ। ਸੋ ਯੂਨੀਵਰਸਿਟੀ ਸਟੈਬਲਿਸ਼ ਹੋ ਗਈ ਸੀ, ਫਸਟ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਇੰਫਾਲ, ਜਿਹੜੀ ਕਿ ਮਨੀਪੁਰ 'ਚ ਆ, ਠੀਕ ਆ। ਸੋ ਇਹ ਦੋਨੋਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਦੋਨੋਂ ਅਲੱਗ-ਅਲੱਗ ਬਣਦੀ ਆ। ਔਰ ਜ਼ਿਆਦਾਤਰ ਕੁਐਸਚਨ ਤੁਹਾਨੂੰ ਫਸਟ ਐਗਰੀਕਲਚਰ ਯੂਨੀਵਰਸਿਟੀ ਆਫ ਇੰਡੀਆ ਤੇ ਆਉਂਦਾ, ਜਿਹੜਾ ਕਿ ਤੁਸੀਂ ਲਾਉਣਾ ਵਾ। ਮੈਂ ਤੁਹਾਨੂੰ PDF 'ਚ ਐਡ ਕਰ ਦੂੰਗਾ ਵੀ GB ਪੰਤ ਯੂਨੀਵਰਸਿਟੀ, ਬਸ ਪੰਤਨਗਰ ਆਊਗਾ। ਜੇ ਤੁਹਾਨੂੰ ਪੁੱਛਣਗੇ ਕਿ ਇਹਦੀ ਸਥਾਪਨਾ ਕਿਹਨੇ ਕੀਤੀ ਸੀ? ਜਵਾਹਰ ਲਾਲ ਨਹਿਰੂ, ਆਪਣੇ ਪਹਿਲੇ ਪ੍ਰਧਾਨ ਮੰਤਰੀ ਨੇ ਕੀਤੀ ਸੀ, ਜਵਾਹਰ ਲਾਲ ਨਹਿਰੂ ਨੇ। ਤੇ ਕਦੋਂ ਕੀਤੀ ਸੀ? 17 ਨਵੰਬਰ 1960। ਸੋ ਜਿੱਦਾਂ ਮਰਜ਼ੀ ਘੁਮਾ ਕੇ ਕੁਐਸਚਨ ਆ ਜਾਵੇ, ਤੁਸੀਂ ਹੁਣ ਇਹ ਕੁਐਸਚਨ ਕਦੇ ਵੀ ਗਲਤ ਨਹੀਂ ਕਰੋਗੇ, ਠੀਕ ਆ। ਮੈਂ PDF ਦੇ ਵਿੱਚ ਵੀ ਤੁਹਾਨੂੰ ਇਹ ਵਾਲਾ ਪੁਆਇੰਟ ਐਡ ਕਰ ਦੂੰਗਾ। ਸੋ ਇਹ ਮੇਰੇ ਤੋਂ ਮਿਸ ਹੋ ਗਿਆ, ਸੋ ਕੋਈ ਗੱਲ ਨਹੀਂ, ਆਪਾਂ ਐਡ ਕਰ ਦਾਂਗੇ, PDF 'ਚ ਤੁਹਾਨੂੰ ਮਿਲ ਜਾਏਗਾ। ਫਸਟ ਇੰਡੀਅਨ ਟੂ ਅਟੇਨ 100% ਪ੍ਰਾਇਮਰੀ ਲਿਟਰੇਸੀ ਲੈਵਲ, ਠੀਕ ਆ। ਕੇਰਲ ਇੱਕ ਇਹੋ ਜਿਹਾ ਵਾ ਜਿਹਨੇ ਕਿ ਪ੍ਰਾਇਮਰੀ ਲਿਟਰੇਸੀ ਲੈਵਲ ਜਿਹੜਾ 100% ਅਚੀਵ ਕਰ ਲਿਆ ਹੋਇਆ। ਫਸਟ ਡਿਸਟ੍ਰਿਕਟ ਜਿਹਨੇ ਕਿ ਕੰਪਲੀਟ ਕੀਤਾ ਰੂਰਲ ਬ੍ਰੌਡਬੈਂਡ ਕਵਰੇਜ, ਮਤਲਬ ਕਿ ਗ੍ਰਾਮੀਣ ਤੌਰ 'ਤੇ ਤਾਂ ਪੂਰੀ ਤਰ੍ਹਾਂ ਨਾਲ ਬ੍ਰੌਡਬੈਂਡ ਕਵਰੇਜ ਕਰਨ ਵਾਲਾ ਕਿਹੜਾ ਵਾ ਏਰੀਆ? ਆਪਣਾ ਏਡੂਕੇ ਕੇਰਲ। ਸੋ ਕੇਰਲ ਬਹੁਤ ਵਿਕਾਸ ਕਰ ਰਿਹਾ ਵਾ। ਹੁਣ ਅਗਰ ਤੁਸੀਂ ਨਾ ਕਰੰਟ ਅਫੇਅਰ 'ਚ ਪੜ੍ਹਦੇ ਹੋਵੋਗੇ, ਜ਼ਿਆਦਾਤਰ ਕੁਐਸਚਨ ਜਦੋਂ ਜਿੱਦਾਂ ਵੀ ਇੱਦਾਂ ਦੇ ਆਉਂਦੇ ਹੁੰਦੇ ਨੇ ਵਿਕਾਸ ਦੇ, ਤਾਂ ਇਹਦੇ ਵਿੱਚ ਜਾਂ ਤੁਹਾਨੂੰ ਕੇਰਲ ਜ਼ਿਆਦਾ ਦੇਖਣ ਨੂੰ ਮਿਲਿਆ ਕਰੇਗਾ, ਜਾਂ ਤੁਹਾਨੂੰ ਅਗਰ ਆਪਾਂ ਦੇਖਿਆ ਕਰੇਗਾ ਤਾਂ ਤੁਸੀਂ ਮੱਧ ਪ੍ਰਦੇਸ਼ ਨੂੰ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੂਗਾ, ਠੀਕ ਆ ਤੁਹਾਨੂੰ। ਸੋ ਇਹ ਵਾਲੇ 2 ਜਿਹੜੇ ਆਪਣੇ ਸਟੇਟਾਂ ਨੇ ਭਾਰਤ ਦੀਆਂ, ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦੀਆਂ ਨੇ। ਡਿਸਟ੍ਰਿਕਟ ਟੂ ਬਿਕਮ ਇੰਡੀਆ ਦਾ ਫਸਟ ਟੋਟਲੀ ਇਲੈਕਟ੍ਰੀਫਾਈਡ ਡਿਸਟ੍ਰਿਕਟ। ਸੋ ਆਹ ਦੇਖੋ, ਇਹ ਵੀ ਕੇਰਲਾ ਆ ਗਿਆ ਜੀ, ਠੀਕ ਆ। ਪੱਲਾਕੜ ਕੇਰਲਾ, ਠੀਕ ਆ ਜੀ। ਨੈਕਸਟ,
ਜ਼ਿਲ੍ਹੇ ਦਾ ਪੁੱਛਿਆ ਨਾ। ਸਿਟੀ ਟੂ ਹੈਵ ਐਨ ਈ ਕੋਰਟ ਸੀਗਾ। ਈ ਅਦਾਲਤ ਕਿੱਥੇ ਆਪਣੀ ਹੋਈ ਹੈ ਇਨੈਗੂਰੇਟ? ਅਹਿਮਦਾਬਾਦ ਦੇ ਵਿੱਚ। ਸੋ ਇਹ ਸੀਗੇ ਆਪਣੇ ਅੱਜ ਦੇ ਸਟੈਟਿਕ ਜੀਕੇ ਦੇ ਕੁਝ ਕੁਐਸਚਨ। ਸੋ ਉਮੀਦ ਆ ਕਿ ਤੁਹਾਨੂੰ ਹੁਣ ਇਹ ਸਾਰੇ ਕੁਐਸਚਨ ਪੂਰੇ ਕਲੀਅਰ ਹੋਣਗੇ। ਇਹਦਾ ਆਪਾਂ ਇੱਕ ਟੈਸਟ ਲੈਣਾ ਵਾ, ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ। ਟੈਸਟ ਲੈਣ ਤੋਂ ਬਾਅਦ 15 ਕੁਐਸਚਨ 20 ਕੁਐਸਚਨ 10 ਕੁਐਸਚਨ ਜਿੰਨੇ ਵੀ ਹੋਣਗੇ, ਠੀਕ ਆ, ਜਿਹੜੇ ਮੈਨੂੰ ਲੱਗਣਗੇ ਹਾਂ ਪ੍ਰੀਵੀਅਸ ਈਅਰ ਜਾਂ ਪੇਪਰਾਂ ਦੇ ਵਿੱਚ ਰਿਪੀਟ ਹੋਏ ਨੇ, ਉਹ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਕੁਇਜ਼ ਪਾਊਂਗਾ। ਉਸ ਤੋਂ ਬਾਅਦ ਤੁਹਾਨੂੰ ਇੱਕ ਦਿਨ ਬਾਅਦ ਤੁਹਾਨੂੰ, ਜਿੱਦਾਂ ਕਿ ਅੱਜ ਤੁਸੀਂ ਕਲਾਸ ਦੇਖੋ, ਕੱਲ ਤੱਕ ਤੁਸੀਂ ਕਲਾਸ ਦੇਖੋ, ਕੱਲ ਨੂੰ ਮੈਂ ਕੁਇਜ਼ ਪਾਊਂਗਾ ਸ਼ਾਮ ਨੂੰ, ਠੀਕ ਆ ਜੀ। ਸੋ ਪਰਸੋਂ ਨੂੰ ਤੁਹਾਨੂੰ ਇਹਦੀ PDF ਦੋਨੇ ਕਲਾਸਾਂ ਦੀ, ਜਾਂ ਕੱਲ ਨੂੰ ਸ਼ਾਮ ਨੂੰ ਦੋਨੇ ਕਲਾਸਾਂ ਦੀ PDF ਮਿਲ ਜੇ। ਨੈਕਸਟ ਆਪਾਂ ਕਰਾਂਗੇ ਫਸਟ ਇਨ ਵਰਲਡ। ਫਸਟ ਇਨ ਵਰਲਡ ਦੇ ਵਿੱਚ ਆਪਾਂ ਇਹਦੇ ਵਿੱਚ ਮੇਲ ਵੀ ਕਰ ਲੈਣਾ, ਫੀਮੇਲ ਵੀ ਕਰ ਲੈਣਾ, ਤੇ ਸੁਪਰਲੇਟਿਵ ਵੀ ਆਪਾਂ ਕਰ ਹੀ ਲੈਣਾ, ਠੀਕ ਆ। ਸੋ ਇਹ ਇੱਕ ਕਲਾਸ ਦੇ ਵਿੱਚ ਹੀ ਆਪਣਾ ਫਸਟ ਇਨ ਵਰਲਡ, ਕਿਉਂਕਿ ਇਹਦੇ ਵਿੱਚ ਕੁਝ ਖਾਸ ਕੁਐਸਚਨ ਹੀ ਆਉਂਦੇ ਨੇ, ਜਿਹੜੇ ਖਾਸ ਕੁਐਸਚਨ ਆਉਣਗੇ ਉਹ ਆਪਾਂ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਸੁਪਰਲੇਟਿਵ ਇੰਡੀਆ ਦੀ ਕਲਾਸ ਲਾਉਣੀ ਆ, ਠੀਕ ਆ। ਸੋ ਉਸ ਤੋਂ ਬਾਅਦ ਉਵੇਂ ਆਪਣੀ ਕਲਾਸ ਵਧੀ ਜਾਏਗੀ, ਠੀਕ ਆ ਜੀ। ਸੋ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ, ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਪੰਜਾਬ ਜੀਕੇ ਦੀ ਆਪਣੀ ਕੋਈ ਵੀ ਕਲਾਸ ਮਿਸ ਨਹੀਂ ਕਰਨੀ ਤੁਸੀਂ। ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰਵਾਇਆ ਹੋਇਆ। ਇੱਕ ਪੰਜਾਬ ਜੀਕੇ, ਇੱਕ ਮਾਡਰਨ ਹਿਸਟਰੀ ਨੂੰ ਤੁਸੀਂ ਮਿਸ ਨਹੀਂ ਕਰਨਾ, ਠੀਕ ਆ ਜੀ। ਮਾਡਰਨ ਹਿਸਟਰੀ ਤੇ ਪੰਜਾਬ ਜੀਕੇ ਦੀਆਂ ਕਲਾਸਾਂ ਤੁਸੀਂ ਕਰੋ। ਉਸ ਤੋਂ ਬਾਅਦ ਜਦੋਂ ਤੁਹਾਡੀਆਂ ਇਹ ਦੋਨੇ ਕਲਾਸਾਂ ਹੋ ਜਾਣ ਤਾਂ ਨਾਲ ਹੀ ਤੁਸੀਂ ਪੋਲਿਟੀ ਦੀਆਂ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ, 21 ਕਲਾਸਾਂ ਹੋ ਚੁੱਕੀਆਂ ਨੇ। ਕੋਈ ਬੜੀਆਂ ਵੱਡੀਆਂ ਕਲਾਸਾਂ ਨਹੀਂ, ਇਹ ਸਾਰੀਆਂ ਕਲਾਸਾਂ ਤੁਹਾਨੂੰ 20-20 25-25 30-30 ਮਿੰਟ ਦੀਆਂ ਮਿਲਣਗੀਆਂ। ਕੋਈ ਵੱਡੀ ਗੱਲ ਨਹੀਂ। ਅਗਰ ਤੁਸੀਂ ਟਰੈਵਲ ਕਰ ਰਹੇ ਹੋ ਜਾਂ ਤੁਸੀਂ ਮੰਨ ਲਓ ਪਏ ਵੀ ਹੋ ਫੋਨ ਦੇ ਉੱਤੇ, ਤੁਸੀਂ ਆਰਾਮ ਦੇ ਨਾਲ 25-30 ਮਿੰਟ ਦੇ ਵਿੱਚ ਲਾ ਕੇ ਦੇਖ ਸਕਦੇ ਹੋ। ਸੋ ਉਹਦੇ ਨਾਲ ਤੁਹਾਡੀ ਮੈਮਰੀ ਵੀ ਵਧੀਆ ਰਹੇਗੀ। ਸੋ ਜਦੋਂ ਆਪਾਂ ਸੁਣਦੇ ਹਾਂ ਕਿਸੇ ਨੂੰ ਤਾਂ ਆਪਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ, ਕਿਉਂਕਿ ਕਈ ਵਾਰ ਕੁਝ ਐਕਸਟਰਾ ਫੈਕਟ ਤੁਹਾਨੂੰ ਦੇਖਣ ਨੂੰ ਮਿਲਦੇ ਆ, ਠੀਕ ਆ। ਸੋ 2 ਨੰਬਰ ਦੇ ਉੱਤੇ ਤੁਸੀਂ ਮਾਡਰਨ ਹਿਸਟਰੀ ਕਰਿਓ, ਪਹਿਲੇ ਨੰਬਰ 'ਤੇ ਪੰਜਾਬ ਜੀਕੇ ਕਰਿਓ, ਫਿਰ ਤੁਸੀਂ ਚੱਕ ਲਿਓ ਪੋਲਿਟੀ, ਠੀਕ ਆ। ਫਿਰ ਤੁਸੀਂ ਪੋਲਿਟੀ ਚੱਕਣੀ ਆ, ਠੀਕ ਆ। 3 ਨੰਬਰ ਦੇ ਉੱਤੇ ਪੋਲਿਟੀ ਕਰ ਲਿਓ। ਸੋ ਫਿਲਹਾਲ ਆਪਣੀ ਜਿਹੜੀ ਆਪਣੀ ਸਟੈਟਿਕ ਜੀਕੇ ਚੱਲ ਰਹੀ ਆ, ਠੀਕ ਆ, ਇਹ ਤਾਂ ਤੁਸੀਂ ਨਾਲੇ ਨਾਲ ਹੀ ਕਰਨੀ ਆ। ਇਹਦੇ 'ਚ ਤੁਸੀਂ ਕੋਈ ਵੀ ਢਿੱਲ ਨਹੀਂ ਕਰਨੀ। ਜਿਵੇਂ ਮੇਰੀ ਕਲਾਸ ਆਈ ਜਾਂਦੀ ਹੈ ਤੁਸੀਂ ਨਾਲੇ ਕਰੀ ਜਾਣੀ ਹੈ, ਕਿਉਂਕਿ ਸਟੈਟਿਕ ਜੀਕੇ PSSB ਦਾ ਕਲਰਕ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗੀ, ਠੀਕ ਆ। ਸੋ ਪੰਜਾਬ ਜੀਕੇ ਤੇ ਸਟੈਟਿਕ ਜੀਕੇ ਤੇ ਮਾਡਰਨ ਹਿਸਟਰੀ, ਇਹਨਾਂ ਤਿੰਨਾਂ ਦੇ ਉੱਤੇ ਕਲਰਕ ਲਈ ਜ਼ਿਆਦਾ ਫੋਕਸ ਕਰਨਾ ਵਾ। ਜਿਹੜੇ ਬਾਕੀ ਦੇ ਤੁਸੀਂ ਕੋਈ ਵੀ ਪੇਪਰ ਦੇਣਾ, ਚਾਹੇ ਵੀਡੀਓ ਦੇਣਾ, ਐਕਸਰਸਾਈਜ਼ ਦੇਣਾ ਵਾ, ਜਾਂ ਹੋਰ ਕੋਈ ਵੀ ਦੇਣਾ, ਤਾਂ ਉਹਦੇ ਲਈ ਤੁਸੀਂ ਨਾਲ ਪੋਲਿਟੀ 'ਤੇ ਵੀ ਉਨਾ ਹੀ ਫੋਕਸ ਕਰਨਾ ਪੈਣਾ, ਠੀਕ ਆ। ਸੋ ਇਹਨਾਂ ਦੇ ਵਿੱਚੋਂ ਹੀ ਰਿਪੀਟ ਹੋ ਕੇ ਜ਼ਿਆਦਾਤਰ ਕੁਐਸਚਨ ਆਉਣਗੇ। ਸੋ ਕੁਝ ਇੰਪੋਰਟੈਂਟ ਕਰੰਟ ਅਫੇਅਰ, ਠੀਕ ਆ। ਥੋੜਾ ਮੈਨੂੰ ਟਾਈਮ ਦਿਓ, ਬਸ ਆਪਣਾ 1-2 ਕੁਝ ਸਬਜੈਕਟ ਕੰਪਲੀਟ ਹੋਣ, ਮੈਂ ਤੁਹਾਡੇ ਲਈ ਕਰੰਟ ਅਫੇਅਰ ਦੀ ਵੀ ਪਿਛਲੇ 6 ਮਹੀਨਿਆਂ ਦੀ ਕਲਾਸ ਸ਼ੁਰੂ ਕਰ ਦਾਂਗੇ ਆਪਾਂ, ਠੀਕ ਆ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।